ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਰਨ ਸਤਿ ਸ੍ਰੀ ਅਕਾਲ ਜੀ। ਕੇਜਰੀਵਾਲ ਸਾਹਿਬ ਤੋਂ ਸੀਬੀਆਈ ਨੇ ਕੀ ਕੁਝ ਪੁੱਛਿਆ ਤੇ ਕੀ ਕੁਝ ਦੱਸਿਆ? ਕੀ ਕੇਸ ਦੇ ਵਿੱਚ ਇੰਨਾ ਕੁ ਦਮ ਹੈ ਕਿ ਕੇਜਰੀਵਾਲ ਸਾਹਿਬ ਦਾ ਕੱਦ ਘਟ ਜਾਊਗਾ? ਉਹ ਸੱਤਾ ਦਾ ਇੱਕ ਕੇਂਦਰ ਨੇ ਜਿਹੜਾ ਪੰਜਾਬ ਨੂੰ ਪ੍ਰਭਾਵਿਤ ਕਰਦਾ, ਅਸਰ ਅੰਦਾਜ਼ ਹੁੰਦਾ ਪੂਰਾ ਪੰਜਾਬ। ਕੱਲ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਨੇ ਗੜਕ ਕੇ ਗੱਲ ਕੀਤੀ ਆ, ਇਮਿਊਨਿਟੀ ਹਾਸਲ ਹੁੰਦੀ ਆ ਅੰਦਰ। ਅਸੀਂ ਤਾਂ ਉਹਨਾਂ ਦੀਆਂ ਕਈਆਂ ਗੱਲਾਂ ਨੂੰ ਐਜ ਇਟ ਇਜ਼ ਵੀ ਅੱਗੇ ਨਹੀਂ ਵਧਾ ਸਕਦੇ ਕਿਉਂਕਿ ਉਹ ਤਾਂ ਕਿਲੇ ਦੇ ਅੰਦਰ ਜਾ ਕੇ ਬੋਲਦੇ ਆ। ਖੈਰ, ਤੁਹਾਡੇ ਨਾਲ ਸਾਂਝ ਪਾਉਂਦੇ ਆ। ਪੰਜਾਬ ਦਾ ਸਭ ਤੋਂ ਵੱਡਾ ਮਾਮਲਾ ਇਸ ਵੇਲੇ ਇੱਕ ਵਾਰੀ ਫਿਰ ਨਸ਼ੇ ਨਾਲ ਜੁੜਿਆ ਹੋਇਆ। ਸਾਬਕਾ ਐਸਐਸਪੀ ਏਆਈਜੀ ਰਾਜਜੀਤ ਸਿੰਘ ਨੂੰ ਬਰਖਾਸਤ ਕਰਨ ਤੋਂ ਬਾਅਦ ਜਿਹੜੀਆਂ ਪਰਤਾਂ ਉਧੇੜੀਆਂ ਜਾ ਰਹੀਆਂ ਨੇ ਵੱਖ-ਵੱਖ ਮੀਡੀਆ ਹਾਊਸਸ ਵੱਲੋਂ, ਵੱਖ-ਵੱਖ ਪਬਲੀਕੇਸ਼ਨ ਦੇ ਤਹਿਤ ਜੋ ਕੁਝ ਛਪ ਰਿਹਾ, ਕੁਝ ਨਵੀਆਂ ਕਹਾਣੀਆਂ ਸਾਹਮਣੇ ਆ ਰਹੀਆਂ। ਕੀ ਇਹ ਸਾਰਾ ਮਾਮਲਾ ਰਾਜਜੀਤ ਤੱਕ ਹੀ ਮੁੱਕ ਜਾਂਦਾ ਜਾ ਕੇ, ਜਾਂ ਇਹਦਾ ਹੋਰ ਵਿਸਥਾਰ ਹੈ, ਜਾਂ ਇਹ ਹੋਰ ਲੋਕਾਂ ਤੱਕ ਵੀ ਪਹੁੰਚਦਾ ਹੈ? ਕੀ ਇਹਦੀ ਇਨਵੈਸਟੀਗੇਸ਼ਨ ਮਹਿਜ ਰਾਜਜੀਤ ਦੀ ਆਮਦਨ ਤੱਕ ਹੀ ਜਾ ਕੇ ਖਤਮ ਹੋ ਜਾਊਗੀ, ਜਾਂ ਇਹਦੇ ਲਿੰਕ ਵੱਖ-ਵੱਖ ਥਾਵਾਂ ਨਾਲ ਕਿਵੇਂ ਜੁੜਦੇ ਆ? ਬੇਸ਼ੱਕ ਉਹ ਪੋਲੀਟੀਕਲ ਲੋਕ ਹੋਣ, ਬਿਊਰੋਕਰੇਟਸ ਹੋਣ, ਜਾਂ ਫਿਰ ਸਮਗਲਰ ਹੋਣ, ਆਖਿਰ ਇਹ ਮਾਮਲੇ ਅੱਗੇ ਕਿੱਦਾਂ ਵੱਧਦੇ? ਕੋਈ ਇਕੱਲਾ ਕਰਾ ਬੰਦਾ ਨਹੀਂ ਇਹਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਗੇ ਵਧਾ ਸਕਦਾ। ਇਹ ਸਾਰੇ ਸਵਾਲ ਐਡਰੈਸ ਕਰਨ ਦਾ ਯਤਨ ਕਰਦੇ ਆ। ਬੀਜੇਪੀ ਕਰਨਾਟਕ ਦੇ ਵਿੱਚ ਫਸ ਗਈ ਹੈ। ਕਰਨਾਟਕ ਇੱਕ ਅਹਿਮ ਸੂਬਾ ਹੈ। ਇਸ ਵੇਲੇ 24 ਤੋਂ ਪਹਿਲਾਂ ਕਰਨਾਟਕ ਦੇ ਨਤੀਜੇ ਕਾਫੀ ਕੁਝ ਸੂਚਕ ਹੋਣਗੇ, ਕਾਫੀ ਚੀਜ਼ਾਂ ਸੰਕੇਤ ਹੋਣਗੀਆਂ। ਹੁਣ ਉੱਥੇ ਪਹਿਲਾਂ ਇੱਕ ਡਿਪਟੀ ਸੀਐਮ ਚਲੇ ਜਾਂਦਾ, ਹੁਣ ਭਾਜਪਾ ਦਾ ਇੱਕ ਸਾਬਕਾ ਮੁੱਖ ਮੰਤਰੀ ਉਹ ਕਾਂਗਰਸ ਵਿੱਚ ਚਲੇ ਜਾਂਦਾ। ਭਾਜਪਾ ਨੂੰ ਤਾਂ ਝਟਕਾ ਹੈ ਹੀ ਆ। ਕਾਂਗਰਸ ਇੱਕ ਦੂਜੇ ਪਿਛੋਕੜ ਵਾਲੇ ਵੱਡੇ ਵਿਅਕਤੀ ਨੂੰ ਲੈ ਕੇ ਆਪਣੀ ਵਿਚਾਰਧਾਰਾ ਨਾਲ ਕਿਵੇਂ ਬੈਲੈਂਸ ਕਰੂਗੀ, ਕਿਵੇਂ ਜਸਟੀਫਿਕੇਸ਼ਨ ਦੇਊਗੀ, ਇਹ ਸਵਾਲ ਵੀ ਨੇ। ਔਰ ਇਹਦੇ ਨਾਲ ਆਪਾਂ ਅੱਗੇ ਚੱਲਾਂਗੇ। ਵਿਜੀਲੈਂਸ ਇੱਕ ਵਾਰੀ ਫਿਰ ਵਿਭਾਗਾਂ ਦੇ ਮੁਖੀਆਂ ਨੂੰ ਪੱਤਰ ਲਿਖਦੀ ਆ ਕਿ ਇਹਨਾਂ ਦੀਆਂ ਪ੍ਰਵਾਨਗੀਆਂ ਦੇ ਦਿਓ ਬਈ, ਇੰਨੇ ਲੋਕਾਂ ਦੇ ਖਿਲਾਫ ਅਸੀਂ ਕੇਸ ਅੱਗੇ ਵਧਾਏ ਆ। ਪ੍ਰਵਾਨਗੀਆਂ ਤੋਂ ਬਿਨਾਂ ਉਹ ਸਾਰੇ ਵੱਖ-ਵੱਖ ਥਾਵਾਂ ਤੇ ਜਾ ਕੇ ਫਸ ਜਾਂਦੇ ਆ। ਆਪਾਂ ਚੱਲੀਏ ਭਾਸਕਰ ਸਾਹਿਬ। ਸਭ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਦਾ ਕੱਲ ਵਿਧਾਨ ਸਭਾ ਦੇ ਵਿੱਚ ਰੰਗ ਵੱਖਰਾ ਸੀ, ਲੇਕਿਨ ਸੀਬੀਆਈ ਵੱਲੋਂ ਪੁੱਛੇ ਗਏ ਸਵਾਲ ਤੇ ਕੇਜਰੀਵਾਲ ਵੱਲੋਂ ਦਿੱਤੇ ਗਏ ਜਵਾਬ ਇਹਦੇ ਚ ਕੁਝ ਕੱਢਣ ਪਾਉਣ ਲਈ ਹੈ। ਐਕਸਾਈਜ਼ ਘੁਟਾਲੇ ਚ, ਜਿਹਨੂੰ ਕਥਿਤ ਘੁਟਾਲਾ ਕਹਿੰਦੇ ਆ, ਕੇਜਰੀਵਾਲ ਕਹਿੰਦੇ ਇਹ ਤਾਂ ਘੁਟਾਲਾ ਹੀ ਹੈ ਨਹੀਂ, ਇਹ ਤਾਂ ਐਵੇਂ ਬਦਨਾਮ ਕਰਤਾ ਘੁਟਾਲੇ ਨੂੰ। ਸੋ ਮੈਨੂੰ ਦੱਸੋ ਜ਼ਰਾ ਕਿ ਜਦੋਂ ਪੁੱਛਦੇ ਆ ਕਿ ਤੁਸੀਂ ਪਾਰਟੀ ਹੈਗੇ ਹੋ, ਐਕਸਾਈਜ਼ ਵਾਲੇ ਘਪਲੇ 'ਚ ਤੁਹਾਡਾ ਨਾਮ ਬੋਲਦਾ ਕਿ ਨਹੀਂ? ਹੁਣ ਸੀਬੀਆਈ ਤਾਂ ਐ ਪੁੱਛ ਰਹੀ ਜਿੱਦਾਂ ਕਿ ਸ਼ਰੀਫ 'ਚ ਨਿਆਣੇ ਨੇ ਆਪੇ ਕਹਿ ਦੇਣਾ ਹਾਂਜੀ ਜੀ ਮੇਰਾ ਤੇ ਨਾਂ ਹੈਗਾ। ਦੱਸਿਓ ਜ਼ਰਾ। ਕੇਜਰੀਵਾਲ ਸਾਹਿਬ ਨੂੰ ਸੰਡੇ ਨੂੰ 9 ਘੰਟੇ ਤੋਂ ਬਾਅਦ ਸੀਬੀਆਈ ਪੁੱਛਗਿੱਛ ਕਰਦੀ ਹੈ ਔਰ ਉਸ 9 ਘੰਟੇ ਦੇ ਵਿੱਚ ਸੀਬੀਆਈ ਦਫ਼ਤਰ ਦੇ ਬਾਹਰ ਪੰਜਾਬ ਦੇ, ਦਿੱਲੀ ਦੇ, ਆਮ ਆਦਮੀ ਪਾਰਟੀ ਦੇ ਐਮਐਲਏ, ਹੋਰ ਵੱਡੇ ਵੱਡੇ ਲੀਡਰ ਬੈਠੇ ਰਹਿੰਦੇ ਨੇ। ਬਾਅਦ ਚੋਂ ਥਾਣੇ ਦੇ ਵਿੱਚ ਸ਼ਾਮ ਨੂੰ ਉਹਨਾਂ ਦੀ ਛੁੱਟੀ ਹੋ ਜਾਂਦੀ ਹੈ ਕਿਉਂਕਿ ਪੁਲਿਸ ਉਹਨਾਂ ਨੂੰ ਫੜ ਕੇ ਲੈ ਜਾਂਦੀ ਹੈ। ਹੁਣ ਸਵਾਲ ਕਿਹੜੇ ਸੀ? 56 ਸਵਾਲਾਂ ਦੀ ਗੱਲ ਆਈ। ਕੁਝ ਕਹਿੰਦੇ ਆ ਕਿ ਸਵਾਲ ਤੇ ਕਾਫੀ ਸਾਰੇ ਸੀ ਔਰ ਕੇਜਰੀਵਾਲ ਸਾਹਿਬ ਨੇ ਬੜੀ ਕੌਨਫੀਡੈਂਸ ਨਾਲ ਉਹ ਜਵਾਬ ਦਿੱਤੇ। ਅੱਜ ਵੀ ਜਿਹੜੀ ਗੱਲਾਂ ਬਾਹਰ ਨਿਕਲ ਕੇ ਆਈ ਹੈ, ਸੀਬੀਆਈ ਨੇ ਕੇਜਰੀਵਾਲ ਸਾਹਿਬ ਨੂੰ ਇਹ ਜ਼ਰੂਰ ਪੁੱਛਿਆ ਸੀ, ਵਰ ਯੂ ਪਾਰਟੀ ਟੂ ਇਟ? ਯਾਨੀ ਜੋ ਡਿਸੀਜਨ 5% ਤੋਂ 12% ਕਮਿਸ਼ਨ ਦਾ ਜਿਹੜੇ ਹੋਲਸੇਲਰ ਦਾ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਲਿੱਤਾ ਸੀਗਾ, ਜਿਹਦੇ ਕਰਕੇ ਸਭ ਤੋਂ ਜ਼ਿਆਦਾ ਰੌਲਾ ਪਿਆ, ਉਹ ਡਿਸੀਜਨ ਜਦ ਲਿੱਤਾ ਗਿਆ ਸੀ ਉਹ ਕਿੱਥੇ ਲਿੱਤਾ ਗਿਆ ਸੀ ਔਰ ਤੁਹਾਡੀ ਮੌਜੂਦਗੀ ਦੇ ਵਿੱਚ ਲਿੱਤਾ ਗਿਆ ਸੀ। ਤੁਹਾਨੂੰ ਪਤਾ ਸੀਗਾ ਇਹ ਡਿਸੀਜਨ ਲਿੱਤਾ ਜਾ ਰਿਹਾ ਹੈ, ਤੁਹਾਡੀ ਇੱਕ ਤਰੀਕੇ ਨਾਲ ਅਪਰੂਵਲ ਵੀ ਲਿੱਤੀ ਗਈ ਸੀ। ਇਹਨਾਂ ਸਾਰੀ ਗੱਲਾਂ ਦੇ ਉੱਤੇ ਸਵਾਲਾਂ ਦਾ ਤੇ ਇੱਕ ਬਿਊਰਾ ਆਇਆ ਹੈ, ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਵੀ ਨਿਕਲ ਕੇ ਆਇਆ, ਪਰ ਕੇਜਰੀਵਾਲ ਸਾਹਿਬ ਨੇ ਕੀ ਜਵਾਬ ਦਿੱਤੇ ਇਹ ਗੱਲ ਹਜੇ ਤੱਕ ਨਹੀਂ ਨਿਕਲ ਕੇ ਆਈ। ਕੱਲ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ। ਉਸ ਸੈਸ਼ਨ ਤੋਂ ਪਹਿਲੇ ਤੁਹਾਨੂੰ ਯਾਦ ਹੈ ਕਿ ਉੱਥੇ ਦਿੱਲੀ ਦੇ ਵੀਕੇ ਸਕਸੈਨਾ ਜਿਹੜੇ ਲੈਫਟੀਨੈਂਟ ਗਵਰਨਰ ਨੇ ਇੱਕ ਚਿੱਠੀ ਲਿਖੀ ਸੀ ਔਰ ਉਸ ਚਿੱਠੀ ਤੇ ਰਾਹੀਂ ਕੁਝ ਆਬਜੈਕਸ਼ਨ ਜ਼ਾਹਿਰ ਕੀਤੇ ਸੀਗੇ ਕਿ ਤੁਸੀਂ ਇਦਾਂ ਦਾ ਸੈਸ਼ਨ ਨਹੀਂ ਬੁਲਾ ਸਕਦੇ ਕਿਉਂਕਿ ਇਹ ਇੱਕ ਪ੍ਰੋਸੀਜਰ ਅਡਾਪਟ ਨਹੀਂ ਕੀਤਾ ਸੈਸ਼ਨ ਬੁਲਾਉਣ ਤੋਂ ਪਹਿਲੇ। ਔਰ ਦਿੱਲੀ ਦੇ ਸਪੀਕਰ, ਇੱਕ ਮਹਿਲਾ ਸਪੀਕਰ ਹੈਗੀ ਹੈ, ਉਹਨਾਂ ਦਾ ਕਹਿਣਾ ਸੀਗਾ ਕਿ ਉਹਨਾਂ ਦੇ ਕੋਲ ਪੂਰਾ ਇੱਕ ਅਥਾਰਟੀ ਹੈਗੀ ਹੈ, ਹੱਕ ਹੈਗਾ ਕਿ ਇਹ ਸੈਸ਼ਨ ਬੁਲਾਇਆ ਜਾ ਸਕਦਾ ਹੈ। ਉਸ ਚਿੱਠੀ ਜਿਹੜੀ ਕਥਿਤ ਤੌਰ ਤੇ ਐਲਜੀ ਸਾਹਿਬ ਨੇ ਲਿਖੀ ਸੀ ਉਹਦਾ ਜ਼ਿਕਰ ਵੀ ਕੱਲ ਦੀ ਅਸੈਂਬਲੀ ਦੇ ਵਿੱਚ ਹੁੰਦਾ, ਜਿਹਦੇ ਵਿੱਚ ਸੌਰਵ ਭਾਰਦਵਾਜ ਇਸ ਗੱਲ ਦਾ ਸਵਾਲ ਉਠਾਉਂਦੇ ਨੇ ਕਿ ਉਹ ਚਿੱਠੀ ਜਿਹੜੀ ਲੈਫਟੀਨੈਂਟ ਗਵਰਨਰ ਸਾਹਿਬ ਨੇ ਕੇਜਰੀਵਾਲ ਸਾਹਿਬ ਨੂੰ ਲਿਖੀ ਸੀ ਸੰਡੇ ਨੂੰ,
ਔਰ ਕੇਜਰੀਵਾਲ 9 ਘੰਟੇ ਦੀ ਪੁੱਛਗਿੱਛ ਵਾਸਤੇ ਉਹ ਸੀਬੀਆਈ ਦੇ ਦਫ਼ਤਰ ਸੀ, ਇਹ ਸਾਰਿਆਂ ਨੂੰ ਪਤਾ ਹੈ। ਤੇ ਉਸ ਤੋਂ ਪਹਿਲੇ ਕਿ ਕੇਜਰੀਵਾਲ ਉਸ ਪੁੱਛਗਿੱਛ ਤੋਂ ਬਾਹਰ ਆਉਂਦੇ ਤੇ ਇਹ ਚਿੱਠੀ ਦੇ ਸਾਰੇ ਕੰਟੈਂਟ ਲੀਕ ਕਿੱਦਾਂ ਹੋ ਗਏ, ਕਿਉਂਕਿ ਉਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਸੀਕ੍ਰੇਟ। ਔਰ ਜਿਹੜੇ ਮੁੱਖ ਮੰਤਰੀ ਦੇ ਨਾਂ ਤੇ ਕੋਈ ਚਿੱਠੀ ਭੇਜਦੇ ਹੈ, ਖਾਸ ਕਰਕੇ ਲੈਫਟੀਨੈਂਟ ਗਵਰਨਰ, ਤੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਕੋਈ ਵੀ ਉਹ ਚਿੱਠੀ ਨਹੀਂ ਖੋਲ ਸਕਦਾ, ਸਿਰਫ ਔਰ ਸਿਰਫ ਮੁੱਖ ਮੰਤਰੀ ਹੀ ਖੋਲ ਸਕਦੇ ਨੇ। ਉਸ ਚਿੱਠੀ ਦੇ ਸਾਰੇ ਕੰਟੈਂਟ ਦਾ ਸੌਰਵ ਭਾਰਦਵਾਜ ਉਹਨਾਂ ਨੇ ਜ਼ਿਕਰ ਕੀਤਾ ਔਰ ਇੱਕ ਇਨਕੁਆਇਰੀ ਦੀ ਵੀ ਮੰਗ ਕੀਤੀ ਕਿ ਵੀ ਇਹ ਚਿੱਠੀ ਦੇ ਕੰਟੈਂਟ ਕਿੱਥੋਂ ਲੀਕ ਹੋਏ, ਕਿ ਗਵਰਨਰ ਸਾਹਿਬ ਨੇ ਇੱਕ ਚਿੱਠੀ ਦੀ ਕਾਪੀ ਸੀਕ੍ਰੇਟ ਲਿਖਣ ਤੋਂ ਬਾਵਜੂਦ ਮੀਡੀਆ ਨੂੰ ਫੜਾਤੀ। ਇਹ ਇੱਕ ਸਵਾਲ ਜ਼ਰੂਰ ਉੱਥੇ ਸੀਗਾ। ਬਾਕੀ ਕੱਲ ਦੀ ਵਿਧਾਨ ਸਭਾ ਦੇ ਵਿੱਚ, ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਬਹੁਤਾ ਕੁਝ ਤੇ ਨਹੀਂ ਹੋਇਆ, ਪਰ ਕੇਜਰੀਵਾਲ ਉਹਨਾਂ ਇੱਕ ਕਹਾਣੀ ਜ਼ਰੂਰ ਸੁਣਾਉਂਦੇ ਰਹੇ ਉਸ ਅਸੈਂਬਲੀ ਦੇ ਵਿੱਚ, ਚੌਥੀ ਪਾਸ ਰਾਜਾ। ਪਰ ਹਾਂ, ਉਸ ਕਹਾਣੀ ਦਾ ਮਤਲਬ ਸਾਰੇ ਸਮਝ ਗਏ। ਕਹਾਣੀ ਦਾ ਮਤਲਬ ਸਾਰੇ ਸਮਝ ਗਏ। ਹੁਣ ਇਹਦੇ ਦੋ ਐਂਗਲ ਨੇ। ਇੱਕ ਐਂਗਲ ਤਾਂ ਹੈ ਕਿ ਕੇਜਰੀਵਾਲ ਸਾਹਿਬ ਸੀਬੀਆਈ ਕੋਲ ਜਾਣ ਤੋਂ ਬਾਅਦ ਲੜਨਾ ਚਾਹੁੰਦੇ ਆ ਸਿੱਧੇ ਸਿਖਰਲੀ ਸੱਤਾ ਨਾਲ, ਪਰ ਉਹ ਲੜਨਾ ਬਚ ਕੇ ਚਾਹੁੰਦੇ ਆ। ਉਹ ਲੜਦੇ ਸੜਕ ਤੇ ਨਹੀਂ ਦਿਸਦੇ, ਉਹ ਉੱਥੇ ਲੜਦੇ ਆ ਜਿੱਥੇ ਉਹਨਾਂ ਨੂੰ ਇਮਿਊਨਿਟੀ ਮਿਲੀ। ਮਤਲਬ ਆਪਣੇ ਕਿਲੇ ਦੇ ਅੰਦਰ ਹੀ ਇਹ ਲੜਾਈ ਲੜਨਾ ਚਾਹੁੰਦੇ ਆ, ਜਿੱਥੇ ਉਹ ਆਪ ਸੁਰੱਖਿਅਤ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਇਹ ਲੜਾਈ ਮੈਂ ਕਿਸ ਪੱਧਰ ਤੇ ਜਾ ਕੇ ਲੜ ਸਕਦਾ ਹਾਂ। ਇਹਦੇ ਵਿੱਚ ਹੁਣ ਇਹ ਸਵਾਲ ਜ਼ਰੂਰ ਆ ਕਿ ਪੋਲੀਟੀਕਲ ਲੜਾਈਆਂ ਇਸ ਤਰ੍ਹਾਂ ਦੀਆਂ ਲੜ ਕੇ ਕੋਈ ਵੱਡਾ ਲੀਡਰ ਬਣ ਸਕਦਾ? ਕਿ ਕੇਜਰੀਵਾਲ ਸਾਹਿਬ ਜਿਸ ਵੱਡੀ ਕੁਰਸੀ ਨੂੰ ਚੁਣੌਤੀ ਦੇਣਾ ਚਾਹੁੰਦੇ ਆ ਔਰ ਜਿਹਨੂੰ ਹਾਸਲ ਕਰਨਾ ਚਾਹੁੰਦੇ ਆ, ਜਿੰਨੇ ਰਾਜਾਂ 'ਚ ਆਪਣਾ ਵਿਸਥਾਰ ਚਾਹੁੰਦੇ ਆ, ਕਿ ਉਹ ਬੀਜੇਪੀ ਨਾਲ ਲੜ ਕੇ ਤੇ ਸਮਾਨਾਂਤਰ ਜਿਹੜੀਆਂ ਉਹਨਾਂ ਦੇ ਨਾਲ ਵਿਰੋਧੀ ਪਾਰਟੀਆਂ ਖੜੀਆਂ ਨੇ ਵੱਖ-ਵੱਖ, ਉਹਨਾਂ ਨਾਲ ਵੀ ਸਟੇਟਾਂ 'ਚ ਲੜਨਗੇ? ਕਿਉਂਕਿ ਹਰੇਕ ਸਟੇਟ ਦੇ ਵਿੱਚ ਕੋਈ ਨਾ ਕੋਈ ਧਿਰ ਖੜੀ ਆ, ਭਾਵੇਂ ਖੇਤਰੀ ਪਾਰਟੀ ਆ, ਭਾਵੇਂ ਕਾਂਗਰਸ ਹੈ ਜਾਂ ਕੋਈ ਹੋਰ ਐਸਟੈਬਲਿਸ਼ ਪਾਰਟੀ ਖੜੀ ਆ। ਕੇਜਰੀਵਾਲ ਨੂੰ ਉਹਨਾਂ ਨੂੰ ਰਿਪਲੇਸ ਕਰਨਾ ਪਊਗਾ ਬੀਜੇਪੀ ਨਾਲ ਲੜਨ ਲਈ, ਤੇ ਜਾਂ ਫਿਰ ਸਾਰਿਆਂ ਦੇ ਵਿੱਚ ਸਾਂਝੇ ਤੌਰ ਤੇ ਆਪ ਤੁਰਨਾ ਪਊਗਾ ਤੇ 2-3 ਰਾਜਾਂ ਤੱਕ ਸੀਮਤ ਹੋ ਕੇ ਰਹਿਣਾ ਪਊਗਾ। ਇਹ ਸਵਾਲ ਐਡਰੈਸ ਹੋਣਗੇ ਅਗਲੇ ਦਿਨਾਂ 'ਚ। ਅਸੀਂ ਕੇਜਰੀਵਾਲ ਦਾ ਜਦੋਂ ਜ਼ਿਕਰ ਕਰਦੇ ਹਾਂ, ਇਸ ਕਰਕੇ ਕਰਦੇ ਹਾਂ ਕਿ ਪੰਜਾਬ ਨੂੰ ਡਿਕਟੇਟ ਕਰਨ ਦੀ ਗੱਲ ਆਉਂਦੀ ਰਹੀ ਹੈ ਕਿ ਦਿੱਲੀ ਡਿਕਟੇਟ ਕਰਦਾ, ਔਰ ਪਹਿਲਾਂ ਕੇਂਦਰੀ ਸੱਤਾ ਦਾ ਜ਼ਿਕਰ ਹੁੰਦਾ ਰਿਹਾ ਅਕਾਲੀਆਂ ਵੇਲੇ, ਕਾਂਗਰਸ ਦੀ ਤਾਂ ਹਾਈ ਕਮਾਂਡ ਹੈ ਹੀ ਆ। ਹੁਣ ਟੋਟਲੀ ਗਵਰਨਮੈਂਟ ਨੂੰ ਕੇਜਰੀਵਾਲ ਸਾਹਿਬ ਆਪਣੇ ਤਰੀਕੇ ਨਾਲ ਚਲਾਉਂਦੇ ਨੇ, ਇਹ ਗੱਲਾਂ ਤੁਰਦੀਆਂ ਰਹਿੰਦੀਆਂ ਨੇ ਲਗਾਤਾਰ। ਸੋ ਕੇਜਰੀਵਾਲ ਦਾ ਵੱਡੇ ਹੋਣਾ, ਕੇਜਰੀਵਾਲ ਦਾ ਕਿਸੇ ਪੰਗੇ 'ਚ ਆਉਣਾ ਪੰਜਾਬ ਨੂੰ ਅਸਰਅੰਦਾਜ਼ ਕਰਦਾ ਹੈ। ਮੈਂ ਇੰਦਰਪ੍ਰੀਤ ਜੀ, ਇਹਦੇ ਉੱਤੇ ਜੇ ਕੋਈ ਤੁਸੀਂ ਗੱਲ ਕਰਨਾ ਚਾਹੋ ਤੇ ਵੈਲਕਮ ਆ, ਅਦਰਵਾਈਜ਼ ਮੈਂ ਤੁਹਾਡੇ ਕੋਲ ਮਾਮਲਾ ਲੈ ਕੇ ਜਾਣਾ ਰਾਜਜੀਤ ਵਾਲਾ। ਪੰਜਾਬ ਦੇ ਵਿੱਚ ਇਲੈਕਸ਼ਨ ਬੁਖਾਰ ਪੂਰਾ। ਕੱਲ ਜਦੋਂ ਕਾਗਜ਼ ਭਰੇ ਜਾ ਰਹੇ ਸੀਗੇ ਆਮ ਆਦਮੀ ਪਾਰਟੀ ਦੇ, ਉਸੇ ਵੇਲੇ ਇਹ ਫੈਸਲਾ ਹੁੰਦਾ ਹੈ ਬਰਖਾਸਤ ਕਰਨ ਦਾ ਰਾਜਜੀਤ ਸਿੰਘ ਨੂੰ। ਇਹ ਟਾਈਮਿੰਗ ਬੜੀ ਅਹਿਮ ਆ। ਰੰਧਾਵਾ ਸਾਹਿਬ, ਇੱਕੋ ਛੋਟੀ ਜਿਹੀ ਟਿੱਪਣੀ ਸਿਰਫ ਕੇਜਰੀਵਾਲ ਸਾਹਿਬ ਹੋਰਾਂ ਵਾਲੀ ਇਹ ਖਬਰ ਦੇ ਉੱਤੇ ਕਰਨੀ ਹੈ ਮੈਂ। ਉਹ ਇਹ ਸੀਗੀ ਕਿ 2024 ਨੂੰ ਲੈ ਕੇ ਜਿਹੜਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਪੂਰੇ ਕੰਟਰੀ ਦੇ ਵਿੱਚ, ਉਹਦੇ ਵਿੱਚ ਮੋਦੀ ਤਾਂ ਇੱਕ ਧਿਰ ਹੈਗੇ ਹੀ ਨੇ, ਦੂਜੀ ਧਿਰ ਕੌਣ, ਇਹ ਸਵਾਲ ਖੜਾ ਹੋਇਆ ਕਿਉਂਕਿ ਦੂਜੀ ਧਿਰ ਲਈ ਹਜੇ ਕੋਈ ਲੀਡਰ ਸਾਹਮਣੇ ਨਹੀਂ ਆ ਰਿਹਾ। ਰਾਹੁਲ ਗਾਂਧੀ ਨੇ ਇੱਕ ਭਾਰਤ ਜੋੜੋ ਯਾਤਰਾ ਜ਼ਰੂਰ ਕਰਕੇ ਇੱਕ ਵਾਰੀ ਆਪਣੇ ਆਪ ਨੂੰ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਕਾਫੀ ਹੱਦ ਤੱਕ ਉਹ ਦੂਜੀਆਂ ਜਿਹੜੀਆਂ ਉਹ ਪਾਰਟੀਆਂ ਵੀ ਜਿਹੜੀਆਂ ਉਹਨਾਂ ਦਾ ਵਿਰੋਧ ਕਰਦੀਆਂ ਰਹੀਆਂ ਨੇ, ਉਹ ਵੀ ਘੱਟੋ ਘੱਟ ਇਹ ਗੱਲ ਜ਼ਰੂਰ ਮੰਨਦੇ ਸੀ ਕਿ ਉਹਨਾਂ ਨੇ ਇੱਕ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ, ਅੱਛੀ ਗੱਲ ਹੈ। ਹੁਣ ਲੇਕਿਨ ਹਜੇ ਵੀ ਉਹ ਮੋਦੀ ਦੇ ਲੈਵਲ ਦੇ ਉੱਤੇ ਨਹੀਂ ਜਾ ਪਾ ਰਹੇ। ਮਤਲਬ ਜਦ ਤੱਕ ਉੱਥੇ ਜਾਏਗੀ ਨਹੀਂ, ਇਲੈਕਸ਼ਨ ਦੇ ਵਿੱਚ ਤਾਂ ਸਿਰਫ ਅੱਜ ਕੱਲ ਪਾਰਟੀ ਵਰਸਸ ਪਾਰਟੀ ਨਹੀਂ ਹੈ, ਅੱਜ ਕੱਲ ਨੇਤਾ ਵਰਸਸ ਨੇਤਾ ਹੀ ਹੈ। ਵੀ ਅਗਰ ਇੱਕ ਨੇਤਾ ਹੈਗਾ ਤੇ ਇਹਦੇ ਸਾਹਮਣੇ ਕੌਣ, ਜਿਹੜੀ ਪਰਸਨੈਲਿਟੀ ਕਲੈਸ਼ਸ ਹੋ ਗਏ ਹੈ ਨਾ, ਹੁਣ ਅਸਲ 'ਚ ਲੜਾਈ ਹੁਣ ਉਸ ਦੀ ਹੈ। ਤੇ ਕੇਜਰੀਵਾਲ ਸਾਹਿਬ ਵੀ ਉਸੇ ਲੈਵਲ ਤੱਕ ਦਾ ਬਣਨਾ ਚਾਹੁੰਦੇ ਆ, ਇਸੇ ਕਰਕੇ ਹੀ ਉਹ ਦਿਖਾਣਾ ਇਹ ਚਾਹੁੰਦੇ ਆ ਕਿ ਉਹ ਬਹੁਤ ਜ਼ਿਆਦਾ ਧੜੱਲੇ ਨਾਲ ਲੜਾਈ ਦੇ ਸਕਦੇ ਆ, ਤਾਂ ਕਿ ਜੇ ਉਹਨਾਂ ਕੋਲੇ ਸੀਟਾਂ ਘੱਟ ਵੀ ਹੋਣ ਤਾਂ ਬਾਕੀ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹ ਘੱਟੋ ਘੱਟ ਉਹਨਾਂ ਦਾ ਸਾਥ ਦੇ ਕੇ ਇੱਕ ਵੱਡਾ ਗਠਬੰਧਨ ਬਣਾ ਲੈਣ ਤੇ ਜਿਸ 'ਚ ਉਹ ਪ੍ਰਾਈਮ ਮਿਨਿਸਟਰਸ਼ਿਪ ਉਹਨਾਂ ਨੂੰ ਹਾਸਿਲ ਹੋ ਜਾਏ। ਇੱਕ ਉਹਨਾਂ ਦਾ ਮਤਲਬ ਸੁਪਨਾ ਹੋ ਸਕਦਾ ਹੈ ਤੇ ਉਸੇ ਨੂੰ ਹੀ ਮੈਨੂੰ ਲੱਗਦਾ ਐਸਟੈਬਲਿਸ਼ ਕਰਨ ਦੀ ਉਹ ਕੋਸ਼ਿਸ਼ ਕਰ ਰਿਹਾ। ਦੂਜੀ ਗੱਲ ਤੁਸੀਂ ਆਪਾਂ ਰਾਜਜੀਤ ਦੀ ਕਿਤੇ ਰਾਜਜੀਤ ਵਾਲਾ ਕੇਜਰੀਵਾਲ ਸਾਹਿਬ ਲਈ ਸ਼ਾਇਦ ਇਹ ਵੀ ਇੱਕ ਅਹਿਮ ਸਵਾਲ ਹੈ ਕਿ ਅਜੇ ਤੱਕ ਉਹਨਾਂ ਨੇ ਲੋਕ ਸਭਾ 'ਚ ਖਾਤਾ ਖੋਲ੍ਹਣਾ ਹੈ। ਇਹ ਫੈਸਲਾ ਇਹ ਅਗਲੇ ਮਹੀਨੇ ਦੇ ਵਿੱਚ ਹੋਣਾ ਹੈ। ਜਲੰਧਰ ਦੀ ਸੀਟ ਜਿੱਥੇ ਪੂਰਾ ਜ਼ੋਰ ਲੱਗਿਆ, ਜਿੱਥੇ ਆਮ ਆਦਮੀ ਪਾਰਟੀ ਕੁਝ ਵੀ ਐਸਾ ਨਹੀਂ
ਕਮੀ ਖਾਮੀ ਨਹੀਂ ਛੱਡ ਰਹੀ, ਜ਼ੋਰ ਪੂਰਾ ਲੱਗਿਆ। ਸੰਦੀਪ ਪਾਠਕ ਇੱਕ ਇੱਕ ਚੀਜ਼ ਨੂੰ ਦੇਖ ਰਹੇ ਨੇ। ਹੁਣ ਇਹ ਵੀ ਮਾਮਲਾ ਹੈ ਕਿ ਜੇ ਜਲੰਧਰ ਦੀ ਸੀਟ ਜਿੱਤੀ ਜਾਂਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਦ ਵੱਡਾ ਹੁੰਦਾ, ਜਾਂ ਆਮ ਆਦਮੀ ਪਾਰਟੀ ਕੇਜਰੀਵਾਲ ਆਪਣੇ ਆਪ ਨੂੰ ਸਟਰੈਂਥਨ ਫੀਲ ਕਰਦੇ ਆ। ਅਜੇ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਖਾਬ ਦੇਖਣ ਵਾਲੇ ਵਿਅਕਤੀ ਲਈ ਪਹਿਲਾ ਛੱਕਾ ਅਜੇ ਲੱਗਣਾ ਹੈ, ਜਾਂ ਅਜੇ ਪਹਿਲਾ ਬੰਦਾ ਅੰਦਰ ਲੋਕ ਸਭਾ 'ਚ ਭੇਜਣਾ ਹੈ ਉਹਨਾਂ ਨੇ। ਜੀ ਬਿਲਕੁਲ ਠੀਕ ਹੈ ਤੁਸੀਂ। ਇਹ ਇਸੇ ਕਰਕੇ ਹੀ ਆਮ ਆਦਮੀ ਪਾਰਟੀ ਇਸ ਵਾਰੀ ਜਿੰਨਾ ਜ਼ੋਰ ਲਗਾ ਰਹੀ ਹੈ, ਤੁਸੀਂ ਦੇਖੋ ਇੰਨਾ ਜ਼ੋਰ ਤਾਂ ਸੰਗਰੂਰ ਦੀ ਸੀਟ ਵਾਸਤੇ ਵੀ ਨਹੀਂ ਲੱਗਿਆ ਜਿੱਥੇ ਭਗਵੰਤ ਮਾਨ ਨੇ ਖੁਦ ਨੇ ਆਪਣੀ ਸੀਟ ਛੱਡੀ ਸੀ। ਉੱਥੇ ਤਾਂ ਬਲਕਿ ਜ਼ਿਆਦਾ ਲੱਗਣਾ ਚਾਹੀਦਾ ਸੀ, ਕਿਉਂਕਿ ਸਵਾਲ ਉੱਥੇ ਦੋ ਸੀ। ਇੱਕ ਤਾਂ ਭਗਵੰਤ ਮਾਨ ਦੀ ਆਪਣੀ ਸੀਟ, ਦੂਜਾ 3 ਮਹੀਨੇ ਪਹਿਲਾਂ ਹੀ ਹਜੇ ਸਰਕਾਰ ਬਣੀ ਹੋਈ ਸੀ, ਤਾਂ ਉਹ ਜਿਹੜਾ ਸੀਟ ਸੀਗੀ ਉਹ ਤਾਂ ਉਹਨਾਂ ਲਈ ਬਹੁਤ ਹੀ ਜ਼ਿਆਦਾ ਵਕਾਰੀ ਸੀ। ਪਰ ਉਹ ਜਿਹੜੀ ਗਲਤੀਆਂ ਉੱਥੇ ਕੀਤੀਆਂ ਨੇ ਜਾਂ ਹੋਈਆਂ ਨੇ ਪਾਰਟੀ ਤੋਂ, ਪਾਰਟੀ ਕੋਈ ਵੀ ਗਲਤੀ ਉਹੇ ਜੀ ਜਲੰਧਰ ਦੇ ਵਿੱਚ ਨਹੀਂ ਘੱਟੋ ਘੱਟ ਕਰਨਾ ਚਾਹੁੰਦੀ। ਇਸ ਕਰਕੇ ਚਾਹੇ ਦੂਜੀ ਪਾਰਟੀਆਂ ਦੇ ਨੇਤਾਵਾਂ ਨੂੰ ਸ਼ਾਮਲ ਕਰਨਾ ਹੋਵੇ, ਈਵਨ ਉਮੀਦਵਾਰ ਨੂੰ ਵੀ ਆਪਣੀ ਪਾਰਟੀ ਚੋਂ ਨਾ ਲੈ ਕੇ ਦੂਜੀ ਪਾਰਟੀ ਚੋਂ ਲਿਆਤਾ ਗਿਆ। ਹੋਰ ਵੀ ਜੋ ਕੀਤਾ ਜਾ ਸਕਦਾ ਹੈ, ਚਾਹੇ ਡੇਰਿਆਂ ਨੂੰ ਮਨਾਉਣਾ ਹੋਵੇ, ਚਾਹੇ ਕਿਸੇ ਵੀ ਸ਼ਖਸ ਨੂੰ ਮਨਾਉਣਾ ਹੋਵੇ, ਉਹ ਸਾਰਾ ਜ਼ੋਰ ਲਗਾ ਰਿਹਾ ਕਿ ਘੱਟੋ ਘੱਟ ਆਹ ਸੀਟ ਇੱਕ ਜਲੰਧਰ ਰਾਹੀਂ ਤਾਂ ਲੋਕ ਸਭਾ 'ਚ ਐਂਟਰੀ ਕਰਵਾਈ ਗਈ। ਭਾਸਕਰ ਸਭ ਕੁਝ ਕਹਿਣ ਲੱਗੇ। ਗੱਲ ਇੰਦਰਪ੍ਰੀਤ ਜੀ ਕਰ ਰਹੇ ਸੀ ਵੀ ਕੋਈ ਗਲਤੀ ਕਰਨ ਦੇ ਮੂਡ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਹੈ। ਜਿੱਦਾਂ ਕਹਿੰਦੇ ਆ ਨਾ ਕਿ ਪਿਆਰ ਕੀਆ ਨਹੀਂ ਜਾਂਦਾ ਹੋ ਜਾਂਦਾ ਹੈ, ਏਦਾਂ ਗਲਤੀ ਕੀਤੀ ਨਹੀਂ ਹੋ ਜਾਂਦੀ ਹੈ। ਕਿਉਂਕਿ ਚੰਨੀ ਉਹਨਾਂ ਨੂੰ ਜਦ ਬੁਲਾਇਆ ਗਿਆ ਸੀਗਾ 14 ਤਰੀਕ ਨੂੰ, ਉਹ ਏਦਾਂ ਲੱਗਦਾ ਸੀਗਾ ਵੀ ਆਮ ਆਦਮੀ ਪਾਰਟੀ ਤੋਂ ਗਲਤੀ ਹੋ ਗਈ, ਕਿਉਂਕਿ ਇੱਕ ਨੈਰੇਟਿਵ ਸੈੱਟ ਹੋ ਗਿਆ ਸੀ ਜਲੰਧਰ ਦੇ ਵਿੱਚ, ਖਾਸ ਕਰਕੇ ਦਲਿਤ ਕਮਿਊਨਿਟੀ ਦੇ ਵਿੱਚ, ਕਿ ਸਾਡੇ ਦਲਿਤ ਜਿਹੜਾ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਉਹਦੇ ਨਾਲ ਜਿਸ ਤਰੀਕੇ ਦਾ ਵਰਤਾਵ ਪੰਜਾਬ ਸਰਕਾਰ ਜਾਂ ਵਿਜੀਲੈਂਸ ਕਰ ਰਹੀ ਹੈ ਉਹ ਸਾਨੂੰ ਗਵਾਰਾ ਨਹੀਂ। ਇਹ ਨੈਰੇਟਿਵ ਕਿੰਨੀ ਦੇਰ ਤੱਕ ਰਹਿੰਦਾ ਪਤਾ ਨਹੀਂ, ਪਰ ਹਾਂ ਉਸ ਨੈਰੇਟਿਵ ਨੇ ਕਾਂਗਰਸ ਦੇ ਪੱਖ ਦੇ ਵਿੱਚ ਇੱਕ ਰੁਖ ਜ਼ਰੂਰ ਖੜਾ ਕੀਤਾ ਸੀਗਾ। ਤੇ ਉਹਨੂੰ ਅਗਰ ਗਲਤੀ ਕਹੀਏ, ਉਹ ਭਾਵੇਂ ਉਹਨਾਂ ਨੇ ਕੀਤੀ ਨਾ ਹੋਏ ਗਲਤੀ, ਪਰ ਹੋ ਜਾਂਦੀ ਹੈ। ਹੁਣ ਜਲੰਧਰ ਦੀ ਗੱਲ ਕਰੀਏ, ਤੁਸੀਂ ਬਿਲਕੁਲ ਠੀਕ ਕਿਹਾ ਰੰਧਾਵਾ ਜੀ, ਕੈਂਡੀਡੇਟ ਦੇ ਤੌਰ ਤੇ ਕੋਈ ਵੀ ਪੋਲੀਟੀਕਲ ਪਾਰਟੀ ਆਪਣੇ ਕੈਂਡੀਡੇਟ ਨੂੰ ਸਭ ਤੋਂ ਉੱਤੇ ਮੰਨਦੀ ਹੈ। ਕੱਲ ਭਗਵੰਤ ਮਾਨ ਜੀ ਇੱਥੇ ਆਏ ਸੀਗੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਦੇ ਵਾਸਤੇ, ਔਰ ਉਸ ਨੋਮੀਨੇਸ਼ਨ ਪੇਪਰ ਫਾਈਲ ਕਰਦੇ ਟਾਈਮ ਜਿਸ ਤਰੀਕੇ ਨਾਲ ਮਾਡਲ ਕੋਡ ਆਫ ਕੰਡਕਟ ਦੀ ਵਾਇਓਲੇਸ਼ਨ ਹੋਈ, ਇਹ ਵੀ ਅਖਬਾਰਾਂ ਦੇ ਵਿੱਚ ਜਾਂ ਪੱਤਰਕਾਰਾਂ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਸੀਗਾ। ਪਰ ਇਸ ਮੁੱਦੇ ਦੇ ਉੱਤੇ ਕੋਈ ਐਡਮਿਨਿਸਟ੍ਰੇਸ਼ਨ ਨੇ ਜਾਂ ਇਲੈਕਸ਼ਨ ਕਮਿਸ਼ਨ ਨੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਇਹ ਵੀ ਗੱਲ ਹੈਗੀ ਹੈ। ਇਸ ਮੁੱਦੇ ਨੂੰ ਕੱਲ ਰਾਜਾ ਵੜਿੰਗ ਉਹਨਾਂ ਨੇ ਉਠਾਇਆ ਜ਼ਰੂਰ, ਪਰ ਬਹੁਤ ਵਧੀਆ ਤਰੀਕੇ ਨਾਲ ਕੋਈ ਐਡਮਿਨਿਸਟ੍ਰੇਸ਼ਨ ਦਾ ਰਿਸਪੌਂਸ ਹੋਏ ਉਹ ਹਜੇ ਤੱਕ ਦੇਖਣ ਨੂੰ ਨਹੀਂ ਮਿਲਿਆ। ਜਲੰਧਰ ਦੀ ਜੰਗ ਭੱਖ ਗਈ ਹੈ, ਉਹ ਕਿੱਥੇ ਜਾ ਕੇ ਟਿਕਦੀ ਹੈ, ਕਿਉਂਕਿ ਮੁੱਦਾ ਕੋਈ ਨਹੀਂ ਹੈ। ਕਿਸੇ ਮੁੱਦੇ ਦੇ ਉੱਤੇ ਇਲੈਕਸ਼ਨ ਲੜੇ ਜਾ ਰਹੇ ਹੁਣ, ਏਦਾਂ ਦਾ ਕੋਈ ਸਮਝ ਨਹੀਂ ਆਉਂਦੀ। ਨਾ ਤੇ ਕੋਈ ਲੋਕਲ ਮੁੱਦਾ ਹੈ, ਨਾ ਹੀ ਕੋਈ ਸੂਬੇ ਦਾ ਮੁੱਦਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਕਰਪਸ਼ਨ ਦੇ ਖਿਲਾਫ ਆਪਣੀ ਚਲਾਈ ਜਾਣ ਵਾਲੀ ਜੰਗ ਦੇ ਉੱਤੇ ਲੜਦੀ ਤੇ ਨਜ਼ਰ ਆਉਂਦੀ ਹੈ, ਪਰ ਉਸ ਜੰਗ ਦੇ ਵਿੱਚ ਹੀ ਜਦ ਚੰਨੀ ਉਹਨਾਂ ਨੂੰ ਸੱਜ ਜਾਂਦੀ ਹੈ ਤੇ ਉਹਨਾਂ ਦੇ ਖਿਲਾਫ ਇੱਕ ਨੈਰੇਟਿਵ ਜਿਹਾ ਸੈੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਕਿੱਥੇ ਜਾ ਕੇ ਟਿਕਦੀ ਹੈ ਜੰਗ ਪਤਾ ਨਹੀਂ, ਪਰ ਹਾਂ ਸਾਰੀ ਪਾਰਟੀਆਂ ਬੜੀ ਕਨਫਿਊਜ਼ ਹੈ, ਕਿਉਂਕਿ ਅਕਾਲੀ ਦਲ ਔਰ ਭਾਜਪਾ ਕਦੀ ਇਕੱਠੇ ਲੜਦੇ ਸੀ ਇਲੈਕਸ਼ਨ 2019 ਤੱਕ, ਤੇ ਅੱਜ ਦੋਨੇ ਹੀ ਪਾਰਟੀਆਂ ਦੇ ਕੈਂਡੀਡੇਟ ਆਪਣੇ ਆਪਣੇ ਰੱਥ ਤੇ ਸਵਾਰ ਹੋ ਕੇ ਨੋਮੀਨੇਸ਼ਨ ਪੇਪਰ ਫਾਈਲ ਕਰਨ ਜਾਣਗੇ, ਪਰ ਟਾਈਮ ਵੱਖਰਾ ਵੱਖਰਾ ਹੋਏਗਾ। ਲੀਡਰ ਦੋ ਭਾਗਾਂ ਦੇ ਵਿੱਚ ਵੰਡ ਜਾਣਗੇ, ਜਿਹੜੇ ਕਦੀ 2019 ਤੱਕ ਇਕੱਠੇ ਕੈਂਪੇਨ ਕਰਦੇ ਸੀਗੇ। ਇਹ ਵੀ ਸਵਾਲ ਹੈ ਨਾ ਕਿ ਕੈਂਡੀਡੇਟ ਬੜੇ ਚੁਣ ਕੇ ਉਤਾਰੇ ਗਏ ਆ, ਬੀਜੇਪੀ ਨੇ ਇੱਕ ਪਿਓਰ ਸਿੱਖ ਉਤਾਰਿਆ, ਕਿਉਂਕਿ ਇਕੱਠੇ ਲੜਦੇ ਸੀ। ਬੀਜੇਪੀ ਦੀ ਆਪਣੀ ਵੋਟ ਪਲੱਸ ਨਾਲ ਅਕਾਲੀਆਂ ਦੀ ਵੋਟ ਹੁੰਦੀ ਸੀ। ਉਹਨਾਂ ਨੇ ਅਕਾਲੀਆਂ ਦੀ ਵੋਟ ਕੱਟਣ ਲਈ ਵੱਡਾ ਅਕਾਲੀ ਤਾਰਿਆ, ਤੇ ਅਕਾਲੀ ਦਲ ਨੇ ਕਿਉਂਕਿ ਉਹ ਬਸਪਾ ਨਾਲ ਜੁੜੇ ਹੋਇਆ, ਆਪਣਾ ਕੈਂਡੀਡੇਟ ਕੋਈ ਛੱਡ ਕੇ, ਆਪਣੀ ਪੰਥਕ ਅਪਰੋਚ ਵਾਲੀ ਨਜ਼ਰੀਏ ਨੂੰ ਛੱਡ ਕੇ, ਲੋਕਲ ਸਮੀਕਰਨ ਧਿਆਨ 'ਚ ਰੱਖ ਕੇ ਇੱਕ ਬਸਪਾ ਤੋਂ ਆਏ ਹੋਏ ਪੁਰਾਣੇ ਲੀਡਰ ਜਿਹੜੇ ਅੱਜ ਕੱਲ੍ਹ ਅਕਾਲੀ ਦਲ ਦੇ ਨੇ ਤੇ ਬੜੇ ਸਮਝਦਾਰ ਤੇ ਸਲੀਕੇਦਾਰ ਆ, ਸਿਆਣੇ ਆ, ਉਹਨਾਂ ਨੂੰ ਉਤਾਰਿਆ ਤਾਂ ਕਿ ਬਸਪਾ ਵਾਲੀ ਵੋਟ ਪ੍ਰੋਪਰ ਟ੍ਰਾਂਸਫਰ ਹੋ ਜੇ। ਅਕਾਲੀ ਦਲ ਦੀ ਵੋਟ ਤਾਂ ਵਰਕਰ ਪਾਉਣਗੇ। ਸੋ ਇਹ ਸਾਰਾ ਸਵਾਲ ਬਹੁਤ। ਇੰਦਰਪ੍ਰੀਤ ਜੀ ਕੁਝ ਕਹਿ ਰਹੇ ਸੀਗੇ ਚੋਣ ਜ਼ਾਬਤੇ ਦੇ ਉੱਤੇ। ਮੈਂ ਇਹ ਸਿਰਫ ਕਹਿ ਰਿਹਾ ਸੀ ਕਿ ਉਹ ਭਾਸਕਰ ਸਾਹਿਬ ਕਹਿ ਰਿਹਾ ਕਿ ਉਹ ਕਿਸੇ ਨੇ ਨੋਟਿਸ ਨਹੀਂ ਲਿਆ, ਨਹੀਂ ਕਮਿਸ਼ਨ ਨੇ ਨੋਟਿਸ ਲਿਆ ਉਹਦਾ, ਔਰ ARO ਨੇ ਜਿਹੜਾ ਹੈਗਾ ਉਹ ਸੁਸ਼ੀਲ ਰਿੰਕੂ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਉਹਨਾਂ ਨੇ ਨਾ ਤਾਂ ਇਜਾਜ਼ਤ ਲਿੱਤੀ ਹੈ ਇੱਕ ਪਾਰਟੀਕੂਲਰ ਏਰੀਆ ਜਿੱਥੇ ਇੰਨਾ ਵੱਡਾ ਮਤਲਬ ਸ਼ੋ ਜਿਹੜਾ ਕੀਤਾ ਹੈ ਉਹਦੇ ਲਈ ਇਜਾਜ਼ਤ ਨਹੀਂ ਲਿੱਤੀ, ਤੇ ਬਹੁਤ ਜ਼ਿਆਦਾ ਹੋਰ ਵੀ ਜਿਹੜੀ ਵਾਇਲੇਸ਼ਨ ਸੀ ਉਹਨਾਂ ਨੇ ਨੋਟਿਸ ਕੱਲ ਦੇਰ ਸ਼ਾਮ ਨੂੰ ਕੱਢਤਾ ਸੀ ਉਹਨਾਂ ਨੂੰ। ਤਾਂ ਜਿਹੜੀ ਤੁਸੀਂ ਆਪਾਂ ਹੁਣ ਗੱਲ ਰਾਜਨੀਤੀ ਜਿਹੜਾ ਤੁਸੀਂ ਪਹਿਲਾਂ ਇਹਦੇ 'ਚ ਇੱਕ ਚੀਜ਼, ਇੱਕ ਸਵਾਲ ਹੈ ਨਾ ਇਹਦੇ 'ਚ ਪੂਰੇ ਦਾ ਪੂਰਾ, ਉਹ ਇਹ ਹੈ
ਜਿੱਦਾਂ ਭਾਸਕਰ ਸਾਹਿਬ ਕਹਿ ਰਹੇ ਕਿ ਮੁੱਦਾ ਕੋਈ ਨਹੀਂ, ਦੇਖੋ ਇਸ ਤੋਂ ਪਹਿਲਾਂ ਪੋਲਰਾਈਜੇਸ਼ਨ ਦੀ ਇੱਕ ਪੂਰੀ ਦੀ ਪੂਰੀ ਬਿਸਾਤ ਸਾਹਮਣੇ ਪਈ ਸੀਗੀ। ਅੰਮ੍ਰਿਤਪਾਲ ਵਾਲਾ ਮਾਮਲਾ ਕਿੰਨੇ ਦਿਨ ਤੱਕ ਘਸੀਟਿਆ ਗਿਆ। ਅੰਮ੍ਰਿਤਪਾਲ ਵਾਲਾ ਮਾਮਲਾ, ਉਹਨੂੰ ਸਿੱਧਿਆਂ ਫੜਿਆ ਜਾ ਸਕਦਾ ਸੀ ਘਰੋਂ, ਇੰਨੀ ਕ੍ਰੀਏਟ ਕੀਤੀ ਗਈ ਜਿਸ ਤਰ੍ਹਾਂ ਦਾ ਆਪ ਮੁਹਾਰਾਪਣ ਸੀਗਾ, ਲੇਕਿਨ ਮੁੱਦਾ ਨਹੀਂ ਬਣ ਸਕਿਆ। ਸਵਾਲ ਇਹ ਵੀ ਹੈ, ਮੁੱਦਾ ਇਹ ਵੀ ਨਹੀਂ ਬਣ ਸਕਿਆ ਕਿ ਸਾਬਕਾ ਮੁੱਖ ਮੰਤਰੀ ਨੂੰ ਵਿਜੀਲੈਂਸ ਤਲਬ ਕਰ ਲੈਂਦੀ। ਮੁੱਦਾ ਇਹ ਵੀ ਨਹੀਂ ਬਣ ਸਕਿਆ ਵੀ ਮਰ ਗਿਆ 2 ਦਿਨ ਬਾਅਦ। ਤੁਸੀਂ ਦੇਖੋ ਅੱਜ ਉਹਦਾ ਕੋਈ ਜ਼ਿਕਰ ਹੈ ਨਹੀਂ। ਤੇ ਮੁੱਦਾ ਕੱਲ ਰਾਜਜੀਤ ਸਿੰਘ ਨੂੰ ਨਸ਼ੇ ਵਾਲੇ ਮਾਮਲੇ ਦੇ ਵਿੱਚ ਅੱਗੇ ਲਿਆਉਣ ਵਾਲਾ ਮਾਮਲਾ, ਕਿ ਨਸ਼ਿਆਂ ਦੇ ਉੱਤੇ ਅਸੀਂ ਕਿੰਨੇ ਸੁਹਿਰਦਾਂ, ਤੇ ਮੁੱਖ ਮੰਤਰੀ ਸਾਹਿਬ ਦਾ ਭ੍ਰਿਸ਼ਟਾਚਾਰ ਖਿਲਾਫ ਉਥੋਂ ਬੋਲਣਾ, ਇਹ ਮੁੱਦੇ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਪਰ ਮੁੱਦੇ ਨੇ ਕਿ ਬਾਹਰ ਨਿਕਲਦੇ ਆ ਪਟਾਰੀ ਚੋਂ ਨਾਲ ਹੀ ਸਿਰ ਸੁੱਟ ਜਾਂਦੇ ਆ। ਇਹ ਕੋਈ ਐਰਕਾ ਵੱਖਰੀ ਤਰ੍ਹਾਂ ਦਾ ਹੀ ਆ ਮੌਸਮ। ਹੁਣ ਇੰਦਰਪ੍ਰੀਤ ਜੀ ਦੱਸੋ ਕਿ ਨਸ਼ੇ ਵਾਲਾ ਮੁੱਦਾ, ਰਾਜਜੀਤ ਵਾਲਾ ਮਾਮਲਾ, ਕੋਈ ਥੋੜਾ ਬਹੁਤਾ ਕੰਡ ਰੱਖੂਗਾ, ਇਹ ਕਿਸੇ ਦਿਸ਼ਾ 'ਚ ਜਾਊਗਾ, ਇਹ ਨਸ਼ਿਆਂ ਦੇ ਨੈਕਸਸ ਨੂੰ ਐਡਰੈਸ ਕਰ ਵੀ ਪਾਊਗਾ ਕਿ ਨਹੀਂ, ਜਾਂ ਇਹ ਵੀ ਠੁੱਸ ਪਟਾਕਾ ਹੀ ਹੋਊਗਾ? ਮੈਨੂੰ ਇਹ ਲੱਗਦਾ ਕਿ ਇਹ ਵੀ ਠੁੱਸ ਪਟਾਕਾ ਹੀ ਹੋਊਗਾ, ਕਿਉਂਕਿ ਦੇਖੋ 5 ਸਾਲ ਹੋ ਚੁੱਕੇ ਹੈ ਇਹ ਇਸ਼ੂ ਬਾਹਰ ਆਏ ਨੂੰ। 5 ਸਾਲ ਦੀ ਰਿਪੋਰਟਾਂ ਹਾਈ ਕੋਰਟ ਦੇ ਵਿੱਚ ਮਤਲਬ ਧੂਲ ਫਾਂਕ ਰਹੀਆਂ ਨੇ, ਤੇ ਉਦੋਂ ਤੱਕ ਕੁਝ ਹੋਇਆ ਨਹੀਂ। ਤੇ ਜਦੋਂ ਇੰਨਾ ਲੰਬਾ ਟਾਈਮ ਨਿਕਲ ਜਾਂਦਾ ਹੈ ਤਾਂ ਫਿਰ ਲੋਕਾਂ ਦੇ ਉਸ ਚੋਂ ਵੀ, ਜ਼ਹਿਨ ਚੋਂ ਵੀ ਇਹ ਨਿਕਲ ਜਾਂਦੇ ਨੇ, ਇਸ਼ੂ ਇਹ ਬਣਦੇ ਨਹੀਂ। ਪਰ ਹਾਂ, ਇਹ ਠੀਕ ਹੈ ਕਿ ਪਹਿਲੀ ਵਾਰ ਕਿਸੇ AIG ਲੈਵਲ ਦੇ ਕਿਸੇ ਅਧਿਕਾਰੀ ਨੂੰ ਬਰਖਾਸਤ ਕੀਤਾ ਗਿਆ ਨੈਕਸਸ ਦੇ ਵਿੱਚ, ਡਰੱਗਸ ਦੇ ਨੈਕਸਸ ਦੇ ਵਿੱਚ। ਇਹ ਬੜਾ ਇੰਪੋਰਟੈਂਟ ਹੈ। ਮੈਨੂੰ ਲੱਗਦਾ ਕਿ ਜੇ ਕਿਤੇ ਇਹੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਦੋਂ ਹਰਪ੍ਰੀਤ ਸਿੱਧੂ ਦੀ ਰਿਪੋਰਟ ਦੇ ਉੱਤੇ ਕਰਦੀ ਹੁੰਦੀ, ਤਾਂ ਸ਼ਾਇਦ ਕਾਂਗਰਸ ਨੂੰ ਵੀ ਇੰਨੀ ਨਮੋਸ਼ੀ ਨਹੀਂ ਝੇਲਣੀ ਪੈਣੀ ਸੀ ਜੋ ਉਹਨਾਂ ਨੇ 2022 ਦੇ ਵਿੱਚ ਝੇਲੀ ਹੈਗੀ ਹੈ। ਤੇ ਇਹ ਵੀ ਲੱਗਣਾ ਸੀ ਕਿ ਹਾਂ, ਕਿ ਕੈਪਟਨ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਕਿ ਮੈਂ 1 ਮਹੀਨੇ ਦੇ ਅੰਦਰ ਅੰਦਰ ਨੈਕਸਸ ਤੋੜ ਦੂੰਗਾ, ਉਹ ਕਿਤੇ ਲੋਕਾਂ ਦੇ ਮਨ 'ਚ ਫਿਰ ਖੜ ਜਾਂਦੀ ਗੱਲ ਵੀ ਹਾਂ, ਵੀ ਜੋ ਕੈਪਟਨ ਸਾਹਿਬ ਨੇ ਕਿਹਾ ਹੈ ਉਸ ਤੇ ਉਹ ਖੜੇ ਨੇ ਤੇ ਉਹ ਕਰ ਰਹੇ ਨੇ ਕਾਰਵਾਈ। ਠੀਕ ਹੈ, ਟਾਈਮ 1 ਮਹੀਨੇ ਦੀ ਬਜਾਏ 1 ਸਾਲ ਲੱਗ ਸਕਦਾ ਜਾਂ 2 ਸਾਲ ਲੱਗ ਸਕਦੇ ਆ, ਪਰ ਉਸ ਦਿਸ਼ਾ ਵੱਲ ਚੱਲੇ ਹੋਏ ਨੇ। ਪਰ ਉਹ ਜਿਹੜੀ, ਜਦੋਂ ਤੁਸੀਂ ਦੇਖੋ 4-4 ਸਾਲ 5-5 ਸਾਲ ਤੁਸੀਂ ਕਿਸੇ ਰਿਪੋਰਟ ਨੂੰ ਖੁਲਵਾਉਣ ਦਾ ਯਤਨ ਵੀ ਨਹੀਂ ਕਰ ਰਹੇ, ਤਾਂ ਫਿਰ ਲੱਗਦਾ ਕਿ ਨਹੀਂ, ਤੁਸੀਂ ਇਸ 'ਚ ਥੋੜਾ ਜਿਹਾ ਤੁਹਾਡੀ ਹੈ ਨਹੀਂ, ਮਤਲਬ ਮਨ ਨਹੀਂ ਹੈ ਇਸ ਪਾਸੇ ਦੇ ਉੱਤੇ ਕੰਮ ਕਰਨ ਦਾ। ਉਹਨਾਂ ਦੇ ਖਾਸ 2 DGP ਵੀ ਇਸੇ ਉੱਤੇ ਹੈਗੇ ਨੇ। ਜਿਹੜੀ ਚੌਥੀ ਰਿਪੋਰਟ ਹੈ ਉਹਨਾਂ ਨੂੰ ਵੀ ਨੋਟਿਸ ਹੋਏ ਹੈ। ਸੋ ਇਹ ਇਸ ਕਰਕੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਡਰੱਗਸ ਦੇ ਉੱਤੇ ਕੋਈ ਇਸ਼ੂ ਬਣ ਜਾਏਗਾ, ਮੈਨੂੰ ਲੱਗਦਾ ਨਹੀਂ ਹੈ। ਹਾਲਾਂਕਿ ਮੈਨੂੰ ਲੱਗਦਾ ਕਿ ਇਹ ਇਸ਼ੂ ਬਹੁਤ ਇੰਪੋਰਟੈਂਟ ਹੈ। ਡਰੱਗਸ ਦਾ ਬਹੁਤ ਘਰਾਂ ਦੇ ਵਿੱਚ ਜਿਹੜੇ ਦੀਵੇ ਬੁੱਝ ਚੁੱਕੇ ਨੇ, ਇਸ ਕਰਕੇ ਸਾਨੂੰ ਇਸ਼ੂ ਨੂੰ ਤਾਂ ਸੰਜੀਦਗੀ ਨਾਲ ਹੀ ਲੈਣਾ ਚਾਹੀਦਾ, ਲੋਕਾਂ ਨੂੰ ਤਾਂ ਸੰਜੀਦਗੀ ਨਾਲ ਹੀ ਲੈਣਾ ਚਾਹੀਦਾ। ਦੂਸਰੀ ਗੱਲ ਦੇਖੋ, ਰਾਜਜੀਤ ਵਾਲਾ ਜਿਹੜਾ ਇਸ਼ੂ ਇਹ ਆਇਆ, 2 ਗੱਲਾਂ ਇਹਦੇ ਚ ਬਹੁਤ, ਬਾਕੀ ਗੱਲਾਂ ਆਪਾਂ ਕਰ ਹੀ ਚੁੱਕੇ। ਉਹਦੀ ਪ੍ਰਾਪਰਟੀ ਕਿੰਨੀ ਹੈ, ਉਹਦੀ ਵੀ ਵਿਜੀਲੈਂਸ ਜਾਂਚ ਹੋਗੀ, ਆਪਾਂ ਪਹਿਲਾਂ ਵੀ ਇਸ ਤੇ ਕੰਮ ਕਰ ਚੁੱਕੇ। ਲੇਕਿਨ ਜਿਹੜੀਆਂ ਅੱਜ 2 ਅਹਿਮ ਖਬਰਾਂ, ਅਹਿਮ ਇੰਪੋਰਟੈਂਟ ਖਬਰਾਂ ਜਿਹੜੀਆਂ ਆਈਆਂ ਨੇ ਬਾਹਰ, ਉਹਦੇ ਚ ਇੱਕ ਤਾਂ ਅੰਮ੍ਰਿਤਸਰ ਤੋਂ ਹੀ ਤੁਹਾਡੇ ਛਪੀ ਜਿਹੜੀ ਗੁਰਬਖਸ਼ ਸਿੰਘ ਦਾ ਪਰਿਵਾਰ ਹੈ, ਕਿਸ ਤਰ੍ਹਾਂ ਉਹਦੀ ਜਿਹੜਾ, ਦੇਖੋ ਇੰਦਰਜੀਤ ਨੂੰ ਇਸ ਤਰ੍ਹਾਂ ਦਿਖਾਇਆ ਗਿਆ ਸੀ ਕਿ ਸਭ ਤੋਂ ਜ਼ਿਆਦਾ ਡਰੱਗ ਪਕੜਨ ਵਾਲਾ ਇੰਸਪੈਕਟਰ ਹੈ, ਤੇ ਉਹੀ ਬੰਦਾ ਕਿਸ ਤਰ੍ਹਾਂ ਜਿਹੜੇ ਨਿਰਦੋਸ਼ ਬੰਦੇ, ਮੈਂ ਨਹੀਂ ਕਹੂੰਗਾ ਕਿ ਉਹ ਨਿਰਦੋਸ਼ ਹੈ ਕਿ ਨਹੀਂ, ਉਹ ਤਾਂ ਕੋਰਟਾਂ ਨੇ ਸਾਬਿਤ ਕਰਨਾ, ਲੇਕਿਨ ਜਿਸ ਤਰ੍ਹਾਂ ਦੀ ਅੱਜ ਖਬਰ ਲੱਗੀ ਹੈ ਉਸ ਤੋਂ ਇਹ ਲੱਗ ਰਿਹਾ ਸੀਗਾ ਕਿ ਕਿਸ ਤਰ੍ਹਾਂ ਇੱਕ ਨਿਰਦੋਸ਼ ਬੰਦੇ ਨੂੰ ਉਹਨੇ ਪਕੜਿਆ, ਉਸ ਤੋਂ 20 ਲੱਖ ਰੁਪਏ ਦੀ ਡਿਮਾਂਡ ਕੀਤੀ, ਉਸ ਚੱਕਰ 'ਚ ਉਹਦੀ 6 ਸਾਲ ਦੀ ਬੱਚੀ ਕੋਮਾ 'ਚ ਚਲੀ ਗਈ, ਬਾਅਦ 'ਚ ਡੈਥ ਹੋ ਗਈ, ਉਹਦੇ ਫਾਦਰ ਕਾਨੂੰਨੀ ਲੜਾਈ ਲੜਦੇ ਹੋਏ ਮਰ ਗਏ। ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਜਿਹੜੇ ਉਹ ਪਰਿਵਾਰ ਨੇ, ਉਹ ਅੱਜ ਸ਼ਾਇਦ ਉਹਨਾਂ ਨੂੰ ਥੋੜਾ ਬਹੁਤ ਸਕੂਨ ਮਿਲ ਰਿਹਾ ਹੋਊਗਾ ਕਿ ਜੋ ਸਾਡੇ ਨਾਲ ਕੀਤਾ ਗਿਆ, ਅੱਜ ਹੁਣ ਉਸ ਤੇ ਇਹ ਆਪ ਵੀ ਆ ਗਏ ਨੇ ਜਿਹੜੇ ਇਹਦੇ ਪੈਰੋਕਾਰ ਰਹੇ ਨੇ। ਜੀ ਭਾਸਕਰ ਸਾਹਿਬ, ਵੈਸੇ ਪੰਜਾਬ ਦੇ ਵਿੱਚ ਮੈਂ ਇੱਕ ਦੂਜੇ ਐਂਗਲ ਤੋਂ ਗੱਲ ਕਰਨਾ ਚਾਹ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਇਹਨੂੰ ਹਵਾ ਬਣਾ ਕੇ ਪੇਸ਼ ਕੀਤਾ ਗਿਆ ਦਹਾਕਿਆਂ ਤੋਂ ਨਸ਼ੇ ਨੂੰ। ਅਕਾਲੀ ਦਲ ਵੇਲੇ, ਕੈਪਟਨ ਅਮਰਿੰਦਰ ਵੇਲੇ ਤੇ ਹੁਣ ਵੀ ਹਵਾ ਬਣਾ ਕੇ ਪੇਸ਼ ਕੀਤਾ ਗਿਆ, ਔਰ ਇਹਨੂੰ ਟੈਕਲ ਕਰਨ ਲਈ ਵੱਖ-ਵੱਖ ਫੋਰਸਸ ਨੂੰ, ਵੱਖ-ਵੱਖ STF ਜਾਂ ਹੋਰ, ਇਹ ਬਹੁਤ ਤਾਕਤਾਂ ਦਿੱਤੀਆਂ ਗਈਆਂ। ਇਹਨਾਂ ਤਾਕਤਾਂ ਦੀ ਦੁਰਵਰਤੋਂ ਦੇ ਮਾਮਲੇ ਦੱਬ ਕੇ ਰਹਿ ਜਾਂਦੇ। ਕਿਸੇ ਦੀ ਘੱਟ ਸ਼ਮੂਲੀਅਤ, ਕਿਸੇ ਦੀ ਵੱਧ ਸ਼ਮੂਲੀਅਤ, ਤਾਂ ਉਹਦੀ ਰੋਕਥਾਮ ਬਹੁਤ ਜ਼ਰੂਰੀ ਆ ਔਰ ਇਹ ਅਨਸਰ ਦੀ ਲੋੜ ਆ। ਪਰ ਸੁਸਾਇਟੀ ਦੇ ਵਿੱਚ ਇਹ ਵਧਣ ਦੀ ਥਾਂ, ਇਹ ਚੱਲਣ ਘਟਣ ਦੀ ਥਾਂ ਵਧੇ ਨੇ। ਮਤਲਬ ਸਾਡੇ ਸਾਰੇ ਐਫਰਟਸ ਇਹਨੂੰ ਘਟਾ ਨਹੀਂ ਸਕੇ, ਤਾਂ ਮਤਲਬ ਸਾਡਾ ਏਜੰਡਾ ਸਮਾਨਾਂਤਰ ਇਸ ਤਰ੍ਹਾਂ ਦੇ ਮਿਲੇ ਤਾਕਤਾਂ ਦੀ ਦੁਰਵਰਤੋਂ ਦਾ ਵੀ ਆ। ਇੱਥੋਂ ਪੈਸੇ ਬਣਦੇ ਰਹੇ, ਇੱਥੋਂ ਲੋਕਾਂ ਨੂੰ ਹਰਾਸ
ਕਿੰਨੇ ਕੁ ਲੋਕ ਇਹਦਾ ਸ਼ਿਕਾਰ ਹੋ ਕੇ ਨਸ਼ੇ ਦੀ ਮਾਰ ਨਾਲੋਂ ਵੀ ਵੱਧ ਇਸ ਮਾਰ 'ਚ ਮਾਰੇ ਗਏ, ਅੱਜ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ। ਹੁਣ ਇਹ ਇੱਕ ਵਿਅਕਤੀ ਰਾਜਜੀਤ ਕਿਉਂ, ਇੱਕ ਵਿਅਕਤੀ ਇੰਦਰਜੀਤ ਕਿਉਂ? ਜੇ ਸਾਰਿਆਂ ਤੇ ਇੱਕ ਕਮਿਸ਼ਨ ਬਿਠਾ ਦਿੱਤਾ ਜਾਵੇ ਕਿ ਪਿਛਲੇ 20 ਸਾਲਾਂ 'ਚ ਨਸ਼ੇ ਦੇ ਕਿੰਨੇ ਕੇਸਾਂ ਦੇ ਵਿੱਚ ਕਿੰਨੇ ਲੋਕਾਂ ਨੂੰ ਫੜਿਆ ਗਿਆ, ਛੱਡਿਆ ਗਿਆ, ਕਿੰਨੇ ਕਨਵਿਕਟ ਹੋਏ, ਕਿੰਨੇ ਬਰੀ ਹੋਏ, ਕੀ ਔਰ ਸਾਰਿਆਂ ਦੇ ਵਿੱਚ ਜਿਹੜੀ ਫੜੀ ਗਈ ਨਸ਼ੇ ਦੀ ਮਾਤਰਾ ਹੈ ਜਾਂ ਫੜਿਆ ਗਿਆ ਨਸ਼ਾ, ਉਹ ਕਿਵੇਂ ਲੈਬੋਰਟਰੀਜ਼ ਦੇ ਵਿੱਚੋਂ ਉਹਦੀ ਕੀ ਰਿਪੋਰਟ ਆਉਂਦੀ ਹੈ, ਕਿਸ ਜੇ ਇਹਨਾਂ ਸਾਰੇ ਮਾਮਲਿਆਂ ਨੂੰ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚੋਂ ਪ੍ਰਵਾਸ ਵੀ ਵਜ੍ਹਾ ਲੋਕ ਭੱਜ ਕਿਉਂ ਰਹੇ। ਜੀ ਬਿਲਕੁਲ, ਗੱਲ ਰਾਜਜੀਤ ਦੇ ਕੇਸ ਦੀ ਕਰੀਏ ਤੇ ਇਹ ਜਿਹੜੀ ਬੰਦ ਰਿਪੋਰਟਾਂ ਸੀਗੀ ਹਾਈ ਕੋਰਟ ਦੇ ਵਿੱਚ ਬੰਦ ਲਿਫਾਫਿਆਂ ਦੇ ਵਿੱਚ ਪਈ ਸੀ, ਇਹਦਾ ਜ਼ਿਕਰ 2018 ਤੋਂ ਲੈ ਕੇ ਹੁਣ ਤੱਕ ਬਹੁਤ ਵਾਰ ਹੋਇਆ। ਔਰ ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ 2012 ਦੇ ਵਿੱਚ ਈਡੀ ਨੇ ਵੀ ਕੁਝ ਰਿਪੋਰਟਾਂ ਤਿਆਰ ਕੀਤੀ ਸੀ 2012 ਤੋਂ ਲੈ ਕੇ 18 ਤੱਕ, ਕਿਉਂਕਿ ਇਹਦੇ ਵਿੱਚੋਂ ਇੱਕ ਰਿਪੋਰਟ ਦਾ ਬੇਸ ਖਾਸ ਕਰਕੇ ਉਹ ਰਿਪੋਰਟ ਜਿਹਦੇ ਵਿੱਚ ਮਜੀਠੀਆ ਸਾਹਿਬ ਦਾ ਨਾਂ ਆਇਆ ਸੀਗਾ, ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਹਰਪ੍ਰੀਤ ਸਿੱਧੂ ਜਿਹੜੇ ਐਸਟੀਐਫ ਦੇ ਮੁਖੀ ਸੀਗੇ, ਉਹਨਾਂ ਨੇ ਉਹ ਰਿਪੋਰਟ ਈਡੀ ਦੀ ਇਨਵੈਸਟੀਗੇਸ਼ਨ ਦੇ ਬੇਸਿਸ ਦੇ ਉੱਤੇ ਬਣਾਈ ਸੀਗੀ। ਔਰ ਲਾਸਟ ਦੇ ਪੰਨੇ ਦੇ ਵਿੱਚ ਸ਼ਾਇਦ ਇਹ ਵੀ ਲਿਖਿਆ ਸੀਗਾ ਕਿ ਅੱਗੇ ਵੀ ਇੱਕ ਪ੍ਰੋਬ ਦੀ ਨੀਡ ਹੈਗੀ ਹੈ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ। ਔਰ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਉਸੇ ਰਿਪੋਰਟ ਦੇ ਬੇਸ ਤੇ ਐਕਸ਼ਨ ਯਾਨੀ ਇੱਕ ਕੇਸ ਵੀ ਦਰਜ ਕੀਤਾ ਗਿਆ ਸੀ ਜਦ ਸਿਧਾਰਥ ਚਟੋਪਾਧਿਆਏ ਡੀਜੀਪੀ ਹੁੰਦੇ ਸੀ ਦਸੰਬਰ 20 ਨੂੰ 2022 ਨੂੰ। ਹੁਣ ਤੁਸੀਂ ਇਹ ਦੇਖੋ ਕਿ ਈਡੀ ਦੀ ਰਿਪੋਰਟਾਂ ਵੀ ਹਜੇ ਤੱਕ ਹਾਈ ਕੋਰਟ ਦੇ ਵਿੱਚ ਬੰਦ ਲਿਫਾਫਿਆਂ ਦੇ ਰੂਪ ਵਿੱਚ ਪਈ ਹੋਈ ਹੈ, ਉਹਦੇ ਖੁੱਲਣ ਦੀ ਕੋਈ ਗੱਲ ਨਹੀਂ ਕਰ ਰਿਹਾ ਕਿ ਉਹਨਾਂ ਰਿਪੋਰਟਾਂ ਦੇ ਵਿੱਚ ਕੀ ਸੀ। ਈਡੀ ਵੀ ਨਹੀਂ ਇਹਨਾਂ ਮੁੱਦਿਆਂ ਦੇ ਉੱਤੇ ਅੱਗੇ ਵਧ ਰਿਹਾ ਕਿ ਉਹ ਜਿਹੜੀ ਬੰਦ ਲਿਫਾਫਿਆਂ ਦੇ ਵਿੱਚ ਰਿਪੋਰਟ ਸੀ ਉੱਥੋਂ ਹਾਈ ਕੋਰਟ ਕਿੱਦਾਂ ਅੱਗੇ ਵਧੇਗਾ। ਗੱਲ ਰਾਜਜੀਤ ਦੀ ਕਰੀਏ ਤੇ ਇਸ ਰਿਪੋਰਟ ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਗੱਲ ਕੀਤੀ ਗਈ ਹੈ ਕਿ ਰਾਜਜੀਤ ਦੀ ਐਸੈਟਸ ਖਾਸ ਕਰਕੇ 2013 ਤੋਂ ਬਾਅਦ ਜਿਹੜੀ ਉਹਨਾਂ ਨੇ ਐਕਵਾਇਰ ਕੀਤੀ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਤੇ ਹੋਰ ਜਿਹੜੇ ਪੁਲਿਸ ਦੇ ਅਫਸਰ ਹੈਗੇ ਨੇ ਜਿਨ੍ਹਾਂ ਦੇ ਲਿੰਕ ਇੰਦਰਜੀਤ ਨੂੰ ਉੱਤੇ ਪ੍ਰਮੋਸ਼ਨ ਦੇਣ ਦੇ ਵਿੱਚ ਸੀਗੀ ਜਾਂ ਫਿਰ ਉਹਨਾਂ ਦੇ ਨਾਲ ਨੈਕਸਸ ਸੀਗੀ, ਡਰੱਗ ਪੈਡਲਰ ਦਾ ਇੱਕ ਕੜੀ ਜੀ ਬਣ ਕੇ ਨਿਕਲੇ ਸੀਗੇ, ਉਹਨਾਂ ਦੀ ਵੀ ਇੱਕ ਸੈਪਰੇਟ ਪ੍ਰੋਬ ਹੋਣੀ ਚਾਹੀਦੀ ਹੈ। ਜਿੱਥੇ ਤੱਕ ਪ੍ਰਾਪਰਟੀਜ਼ ਦੀ ਗੱਲ ਕੀਤੀ ਸੀ, ਪ੍ਰਾਪਰਟੀਜ਼ ਦਾ ਬਿਊਰਾ ਅਗਰ ਤੁਸੀਂ ਰਾਜਜੀਤ ਉਹਨਾਂ ਦਾ ਦੇਖੋ, ਜਿਹੜਾ ਹੁਣ ਨਸ਼ਰ ਵੀ ਹੋਇਆ ਅਖਬਾਰਾਂ ਦੇ ਵਿੱਚ ਕਿ 2013 ਤੋਂ ਬਾਅਦ ਉਹਨਾਂ ਨੇ ਕਾਫੀ ਤਰੱਕੀ ਕੀਤੀ ਹੈ, ਜਿਹਦੇ ਕਰਕੇ ਵਿਜੀਲੈਂਸ ਵਾਲਿਆਂ ਨੂੰ ਵੀ ਇਸ ਪ੍ਰੋਬ ਦੇ ਬਾਰੇ 'ਚ ਹੁਣ ਆਰਡਰ ਭਗਵੰਤ ਮਾਨ ਮੁੱਖ ਮੰਤਰੀ ਨੇ ਕਰਤਾ ਹੈ। ਉਹਨਾਂ ਨੇ 7 ਕਨਾਲ 2 ਮਰਲਾ ਮਾਦਰੀ ਪਿੰਡ ਦੇ ਵਿੱਚ ਇੱਕ ਜਗ੍ਹਾ ਲਿੱਤੀ ਸੀਗੀ ਆਪਣੀ ਪਤਨੀ ਦੇ ਨਾਂ ਤੇ। ਹਾਲਾਂਕਿ ਇਹ ਜਗ੍ਹਾ 2013 ਦੇ ਵਿੱਚ ਲਿੱਤੀ ਸੀ, 40 ਲੱਖ ਰੁਪਏ ਇੱਕ ਰਕਮ ਦੱਸੀ ਸੀ। ਇੱਕ 500 ਸਕੁਅਰ ਯਾਰਡ ਦੇ ਪਲਾਟ ਦੀ ਗੱਲ ਕਰ ਰਹੀ ਹੈ, ਉਹ ਵੀ ਇੱਕ ਯੂਐਸ ਬੇਸਡ ਉਹਨਾਂ ਦਾ ਦੋਸਤ ਸੀਗਾ ਮਨੀ ਸਿੰਘ, ਉਹਦੇ ਤੋਂ ਪੈਸੇ ਲੈ ਕੇ ਉਹਨਾਂ ਨੇ 2013 ਦੇ ਵਿੱਚ ਹੀ ਇਹ ਪਲਾਟ ਲਿੱਤਾ ਸੀ ਮੋਹਾਲੀ ਦੇ ਵਿੱਚ। ਇੱਕ ਹੋਰ ਪਲਾਟ ਦਾ ਵੀ ਜ਼ਿਕਰ ਹੈਗਾ, ਉਹ ਵੀ 500 ਸਕੁਅਰ ਫਿਟ ਦਾ ਹੈ ਔਰ ਮੋਹਾਲੀ ਦੇ ਵਿੱਚ ਹੀ ਆਪਣੀ ਪਤਨੀ ਦੇ ਨਾਂ ਤੇ 1.5 ਕਰੋੜ ਦਾ ਇਹ ਪਲਾਟ ਲਿੱਤਾ ਸੀਗਾ ਔਰ ਉਹ ਕਹਿੰਦੇ ਕਿ ਬੈਂਕ ਤੋਂ ਲੋਨ ਲੈ ਕੇ ਇਹ ਪਲਾਟ ਲਿੱਤਾ ਸੀਗਾ। ਫਿਰ 500 ਗਜ ਦੀ ਹੀ ਗੱਲਾਂ ਇੱਕ ਆਪਣੀ ਉਹਨਾਂ ਦੀ ਬੇਟੀ ਦੀ ਹੈ। ਇੱਕ ਇੰਡਸਟਰੀਅਲ ਪਲਾਟ ਦੀ ਵੀ ਗੱਲ ਹੋ ਰਹੀ ਹੈ ਜਿਹੜਾ 773.33 ਸਕੁਅਰ ਯਾਰਡ ਦਾ ਪਲਾਟ ਸੀਗਾ, ਜਿਹੜਾ 55 ਲੱਖ ਦਾ ਉਹਨਾਂ ਨੇ 2014 ਦੇ ਵਿੱਚ ਲਿੱਤਾ ਸੀਗਾ। ਇਹਨਾਂ ਸਾਰੀ ਪ੍ਰਾਪਰਟੀਜ਼ ਦਾ ਚਲੋ ਹੁਣ ਖੰਗਾਲਣ ਦੀ ਗੱਲ ਤੇ ਤੁਰ ਰਹੀ ਹੈ। ਜਿੱਥੇ ਤੱਕ ਇੰਦਰਜੀਤ ਦੇ ਨਾਲ ਰਾਜਜੀਤ ਉਹਨਾਂ ਦੇ ਲਿੰਕ ਦੀ ਗੱਲ ਹੈਗੀ ਹੈ, ਜਦ ਰਾਜਜੀਤ ਇੰਦਰਜੀਤ ਦੀ ਪ੍ਰਮੋਸ਼ਨ ਨੂੰ ਰਿਕਮੈਂਡ ਕਰਦੇ ਨੇ ਤੇ ਉਸ ਟਾਈਮ ਵੀ ਇਹ ਸਵਾਲ ਉਠਾਇਆ ਜਾਂਦਾ ਹੈ। ਜਦ ਐਸਟੀਐਫ ਇਸ ਗੱਲ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਤੇ ਰਾਜਜੀਤ ਉਹਨਾਂ ਨੂੰ ਪੁੱਛਿਆ ਕਿ ਜਦ ਤੁਸੀਂ ਇੰਦਰਜੀਤ ਦੀ ਪ੍ਰਮੋਸ਼ਨ ਨੂੰ ਰਿਕਮੈਂਡ ਕਰ ਰਹੇ ਸੀ ਉਸ ਵਕਤ ਵੀ 2 ਕ੍ਰਿਮੀਨਲ ਕੇਸਿਸ ਉਹ ਇੰਦਰਜੀਤ ਦੇ ਖਿਲਾਫ ਆਲਰੇਡੀ ਰਜਿਸਟਰਡ ਸੀਗੇ ਤੇ ਹੋਰ ਬਹੁਤ ਸਾਰੀ ਡਿਪਾਰਟਮੈਂਟਲ ਇਨਕੁਆਇਰੀ ਸੀਗੀ ਉਹ ਉਹਦੇ ਖਿਲਾਫ ਚੱਲ ਰਹੀ ਸੀ। ਤੇ ਰਾਜਜੀਤ ਨੇ ਆਪਣੇ ਜਵਾਬ ਦੇ ਵਿੱਚ ਇਹੀ ਕਿਹਾ ਸੀ ਕਿ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਵੀ ਇਦਾਂ ਦੀ ਕੋਈ ਇਨਕੁਆਇਰੀ ਡਿਪਾਰਟਮੈਂਟਲ ਇਨਕੁਆਇਰੀ ਕੋਈ ਪੈਂਡਿੰਗ ਹੈਗੀ ਹੈ ਇੰਦਰਜੀਤ ਦੇ ਖਿਲਾਫ। ਔਰ ਜਿਹੜੀ ਗੱਲ ਦਾ ਜ਼ਿਕਰ ਹੁਣੇ ਇੰਦਰਪ੍ਰੀਤ ਉਹਨਾਂ ਨੇ ਵੀ ਕੀਤਾ ਹੈ ਕਿ ਗੁਰਪ੍ਰਕਾਸ਼ ਜਿਹੜੇ ਅੰਮ੍ਰਿਤਸਰ ਦੇ ਇੱਕ ਫੋਰਨ ਐਕਸਚੇਂਜ ਸੀਗੇ, ਉਹਨਾਂ ਨੂੰ ਜਿਸ ਤਰੀਕੇ ਨਾਲ ਅਰੈਸਟ ਕੀਤਾ ਜਾਂਦਾ ਹੈ, ਡਰੱਗ ਦਾ ਕੇਸ ਪਾਇਆ ਜਾਂਦਾ ਹੈ ਔਰ ਉਹਨਾਂ ਦੀ ਬੇਟੀ 6 ਸਾਲ ਦੀ ਇਸ ਗਮ ਦੇ ਵਿੱਚ ਡੈਥ ਹੋ ਜਾਂਦੀ ਹੈ ਕਿ ਮੇਰੇ ਪਿਤਾ ਨੂੰ ਜਦ ਆਪਣੇ ਪਿਤਾ ਨੂੰ ਉਹ ਜੇਲ੍ਹ ਵਿੱਚ ਦੇਖਦੀ ਹੈ, ਉਹਦੇ ਪਿਤਾ ਦੀ ਵੀ ਡੈਥ ਹੋ ਜਾਂਦੀ ਹੈ, ਉਹ ਵੀ ਆਪਣੀ ਸਟੋਰੀ ਨਰੇਟ ਕਰਦੇ ਨੇ ਔਰ ਇਸ ਕੇਸ ਨੂੰ ਫਾਲਸ ਇਸ ਹਾਈ ਕੋਰਟ ਦੀ ਰਿਪੋਰਟ ਦੇ ਵਿੱਚ ਵੀ ਕਿਹਾ ਗਿਆ ਹੈ। ਯਾਨੀ ਇਹ ਜਿਸ ਤਰੀਕੇ ਨਾਲ ਚੱਲ ਰਿਹਾ ਸੀਗਾ ਐਕਸਟੋਰਸ਼ਨ ਦਾ ਗੈਂਗ ਕਹਾਂਗੇ ਆਪਾਂ, ਉਹਦੇ ਉੱਤੇ ਭਗਵੰਤ ਮਾਨ ਸਰਕਾਰ ਨੇ ਸਖਤੀ ਦਿਖਾਈ ਹੈ। ਕਿਉਂਕਿ ਇਸ ਮੁੱਦੇ ਦੇ ਉੱਤੇ ਜਦ ਅਸੀਂ ਇਹ ਗੱਲ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਐਕਸ਼ਨ ਕਿਉਂ ਨਹੀਂ ਹੋਇਆ, ਨਵਜੋਤ ਸਿੰਘ ਸਿੱਧੂ ਆਪਣੇ ਘਰ ਦੇ ਵਿੱਚ ਇੱਕ ਐਸਟੀਐਫ ਦੀ ਰਿਪੋਰਟ ਨੂੰ ਹੱਥ 'ਚ ਲੈ ਕੇ ਕੁਝ ਗੱਲਾਂ ਕਰਦੇ ਨੇ, ਸਵਾਲ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਤੇ ਖੜੇ ਹੋ ਜਾਂਦੇ ਨੇ ਕਿ ਤੁਹਾਡੇ ਕੋਲ ਇਹ ਰਿਪੋਰਟ ਆਈ ਕਿਉਂ, ਕਿਉਂਕਿ ਇਹ ਤੇ ਬੰਦ ਲਿਫਾਫਿਆਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਹੈਗੀ ਹੈ। ਯਾਨੀ
ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਵੀ ਸਰਕਾਰ ਨੇ ਹਜੇ ਤੱਕ ਸੀਰੀਅਸਨੈਸ ਨਹੀਂ ਦਿਖਾਈ ਸੀ। ਪਰ ਇਸ ਸਰਕਾਰ ਨੇ ਜੇ ਐਕਸ਼ਨ ਲਿੱਤਾ ਹੈ ਤੇ ਇਹ ਆਪਣੇ ਆਪ ਵਿੱਚ ਪੁਲਿਸ ਤੇ ਡਰੱਗ ਪੈਡਲਰ ਦੀ ਨੈਕਸਸ ਦੀ ਗੱਲਾਂ ਤੇ ਬਹੁਤ ਵਾਰ ਹੋਈ, ਐਕਸ਼ਨ ਪਹਿਲੀ ਵਾਰ ਹੋਇਆ। ਹਾਂ, ਇਹ ਐਕਸ਼ਨ ਨੂੰ ਅੱਗੇ ਵਧਾਇਆ ਜਾਊਗਾ ਜਾਂ ਇਹ ਵਧਾਉਣ ਦੀ ਲੋੜ ਆ? ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਈਆਂ, ਵੇਰਵੇ ਜਲਦੀ ਦੇਾਂਗੇ। ਭਗਵੰਤ ਮਾਨ ਆਪਣੇ ਸੋਸ਼ਲ ਮੀਡੀਆ ਪੋਸਟ ਉੱਤੇ ਸਾਰਾ ਇਹ ਬਿਊਰਾ ਦੇ ਕੇ ਕਿ ਅਸੀਂ AIG ਬਰਖਾਸਤ ਕਰਤਾ ਰਾਜਜੀਤ, ਲੇਕਿਨ ਨਾਲ ਉਹ ਕਹਿੰਦੇ ਵੇਰਵੇ ਦਾ ਇੰਤਜ਼ਾਰ ਕਰੋ ਜਾਂ ਜਾਰੀ ਕਰਾਂਗੇ ਜਲਦ। ਹਾਂ ਇੰਦਰਪ੍ਰੀਤ ਜੀ, ਮੈਂ ਤਾਂ ਕਹਿ ਰਿਹਾ ਕਿ ਜਿਹੜੇ ਭਾਸਕਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈਗੀ ਹੈ ਵੀ ਭਗਵੰਤ ਮਾਨ ਸਰਕਾਰ ਨੇ ਇਹ ਕਾਰਵਾਈ ਵੱਡੀ ਕੀਤੀ ਹੈ, ਉਹਦੇ ਤੇ ਮੋਹਰ ਤਾਂ ਉਹਨਾਂ ਦੇ ਆਪਣੇ ਸਭ ਤੋਂ ਧੁਰ ਵਿਰੋਧੀ ਜਿਹੜੇ ਹੈਗੇ ਆ ਸੁਖਪਾਲ ਖਹਿਰਾ ਨੇ ਲਗਾਤੀ ਹੈ। ਪਹਿਲੀ ਵਾਰ ਸੁਖਪਾਲ ਖਹਿਰਾ ਨੇ ਉਹਨਾਂ ਦੀ ਤਾਰੀਫ ਕੀਤੀ ਹੈ ਕਿ ਹਾਂ ਤੁਸੀਂ ਇਹ ਵੱਡਾ ਕਦਮ ਚੁੱਕਿਆ ਹੈਗਾ। ਜੇ ਤੁਸੀਂ ਇਹਨਾਂ ਦਾ ਕੱਲ ਟਵੀਟ ਦੇਖੋ ਤੇ ਮੋਹਰ ਤਾਂ ਉਹਨਾਂ ਨੇ ਲਗਾਤੀ ਹੈ ਜਿਹੜੀ ਹਰ ਗੱਲ ਤੇ ਉਹਨਾਂ ਦੀ ਆਲੋਚਨਾ ਕਰਦੇ ਆ। ਨਹੀਂ, ਇੱਕ ਚੰਗੀ ਗੱਲ, ਦੇਖੋ ਸਰਕਾਰ ਤੋਂ ਚੰਗੀ ਗੱਲ ਨੂੰ ਤਾਂ ਚੰਗਾ ਕਹਿਣਾ। ਹਾਂ ਬਿਲਕੁਲ, ਮੈਂ ਇਹ ਕਹਿ ਰਿਹਾ ਵੀ ਚੰਗੀ ਗੱਲ ਨੂੰ ਤੇ ਦੀ ਤਾਰੀਫ ਹੋਣੀ ਹੀ ਚਾਹੀਦੀ ਹੈ, ਤਾਂ ਹੀ ਬੰਦਾ ਪ੍ਰੋਤਸਾਹਿਤ ਹੋ ਕੇ ਥੋੜਾ ਅੱਗੇ ਵੱਧਦਾ ਹੈ। ਅਦਰਵਾਈਜ਼ ਅਗਲਾ ਕਹਿੰਦਾ ਜੇ ਹਰ ਗੱਲ ਦੀ ਆਲੋਚਨਾ ਹੀ ਹੋਣੀ ਹੈ ਤਾਂ ਫਿਰ ਨਾ ਕਰੋ, ਤਾਂ ਵੀ ਆਲੋਚਨਾ ਉਹੀ ਕਰ ਲਓ। ਕਾਹਦੇ ਵਾਸਤੇ ਮੇਰੇ ਪੰਗੇ ਲੈਣੇ ਆ ਸਾਰੇ ਨਾਲ। ਬਸ ਇੱਕ ਗੱਲ ਹੋਰ ਵੀ ਹੈ ਬਈ, ਕੋਈ ਨਾ ਕੋਈ ਇਲੈਕਸ਼ਨ ਵੀ ਹੁੰਦੀ ਰਹਿਣੀ ਚਾਹੀਦੀ ਹੈ। ਆਪਾਂ ਅੱਗੇ ਕਰਨਾ। ਇੰਦਰਪ੍ਰੀਤ ਜੀ, ਕਰਨਾਟਕ ਚੱਲੀਏ। ਬੀਜੇਪੀ ਦਾ ਸਾਬਕਾ ਮੁੱਖ ਮੰਤਰੀ ਕਾਂਗਰਸ ਵਿੱਚ ਚਲੇ ਗਿਆ, ਸ਼ੁਭ ਸੰਕੇਤ ਨਹੀਂ। ਗੱਲ ਕਰਨਾਟਕ ਜਿੱਤਣ ਜਾਂ ਹਾਰਨ ਦੀ ਨਹੀਂ, ਗੱਲ ਬੂਹੇ ਤੇ 24 ਆਈ ਖੜੀ ਆ, ਕਿੱਦਾਂ ਹੈਂਡਲ ਹੋਣਗੇ? ਮੋਦੀ ਸਾਹਿਬ ਤਾਂ ਅਗਲੇ 5 ਸਾਲ ਨਹੀਂ 10 ਸਾਲ ਦੀ ਪਲੈਨਿੰਗ ਕਰਕੇ ਬੈਠੇ ਆ, ਕਿਤੇ ਸੰਕੇਤ ਪੁੱਠੇ ਸਿੱਧੇ ਨਾ ਜਾਣ ਲੱਗ ਜਾਣ। ਰੰਧਾਵਾ ਸਾਹਿਬ ਦੇਖੋ, ਹਜੇ ਤੱਕ ਵਾਲੀ ਜਿਹੜੀ ਸਿਚੁਏਸ਼ਨ ਚੱਲ ਰਹੀ ਸੀ ਭਾਜਪਾ ਨੂੰ ਲੈ ਕੇ ਨਾ, ਉਹ ਸਭ ਤੋਂ ਉਹਦੇ ਚ ਇਹੀ ਸੀਗਾ ਵੀ ਵਿਰੋਧੀ ਧਿਰਾਂ ਜਾਂ ਹੋਰ ਕੋਈ ਵੀ ਬੰਦੇ ਇੰਨਾ ਜ਼ਿਆਦਾ ਮਤਲਬ ਭਾਜਪਾ ਦੇ ਖਿਲਾਫ ਚੱਲ ਰਹੇ ਹੈ, ਬੋਲ ਰਹੇ ਹੈ, ਕੋਈਆਂ ਦੇ ਸਵਾਲ ਵੀ ਨਹੀਂ ਆ ਰਹੇ। ਉਹਨਾਂ ਦੇ ਆਪਣੇ ਜਿਹੜੇ ਸਪੋਕਸਮੈਨ ਹੈਗੇ ਨੇ ਪਾਰਟੀਆਂ ਦੇ, ਉਹ ਵੀ ਟੀਵੀ ਡਿਬੇਟਾਂ ਦੇ ਅਕਸਰ ਘੇਰੇ ਰਹਿੰਦੇ ਵੀ ਹਾਂ ਯਾਰ ਇਹ ਵੀ ਗਲਤ ਹੋ ਗਿਆ, ਇਹ ਵੀ ਗਲਤ ਹੋ ਗਿਆ, ਪਰ ਫਿਰ ਵੀ ਬੋਲਦੇ ਨਹੀਂ। ਪਰ ਇਸ ਦੇ ਬਾਵਜੂਦ ਵੀ ਤੁਸੀਂ ਦੇਖੋ ਇੱਕ ਵੀ ਨੇਤਾ ਜਿਹੜਾ ਹੈਗਾ ਪਾਰਟੀ ਛੋੜ ਕੇ ਨਹੀਂ ਸੀ ਜਾ ਰਿਹਾ। ਇਹ ਬੜੀ ਉਪਲਬਧੀ ਸੀ ਵੱਡੀ ਭਾਜਪਾ ਦੇ ਪੱਖ ਤੋਂ। ਮੈਨੂੰ ਲੱਗਦਾ ਸੀ ਵੀ ਇੰਨਾ ਵਿਰੋਧ ਸਹਿਣ ਦੇ ਬਾਵਜੂਦ ਵੀ ਕੋਈ ਕੋਈ ਵਿਅਕਤੀ ਹੈ ਨਹੀਂ ਕਿ ਯਾਰ ਭਾਜਪਾ ਦੇ ਜਿਹੜੇ ਨੀਤੀ ਘਾੜੇ ਹੈਗੇ ਆ ਇਹਨਾਂ ਦੇ ਯਾਰ ਖਿਲਾਫ ਹੋ ਕੇ ਦੂਜੀ ਪਾਰਟੀ ਛੱਡ ਜੇ। ਤਾਂ ਕੱਲ ਜਿਹੜਾ ਇਹ ਹੋਇਆ ਹੈ, ਜਾਂ ਇਸ ਤੋਂ ਪਹਿਲਾਂ ਭਾਸਕਰ ਸਾਹਿਬ ਮੈਨੂੰ ਪਹਿਲਾਂ ਵੀ ਦੱਸ ਰਹੇ ਸੀ ਕਿ ਸ਼ਾਇਦ ਇੱਕ ਪਹਿਲਾਂ ਵੀ ਹੋਇਆ ਇੱਕ ਵੱਡਾ ਹੋਰ। ਦੇਖੋ ਇਹ ਇੱਕ ਫਸਟ ਹੈ, ਮਤਲਬ ਮੈਨੂੰ ਇਹ ਲੱਗਦਾ ਕਿ ਕਿਸੇ ਚੀਫ ਮਿਨਿਸਟਰ, ਸਾਬਕਾ ਚੀਫ ਮਿਨਿਸਟਰ ਦਾ ਚਲਾ ਜਾਣਾ ਏਦਾਂ, ਉਹ ਬਹੁਤ ਵੱਡੀ ਗੱਲ ਹੈ। ਔਰ ਖਾਸ ਤੌਰ ਤੇ ਉਹ ਜਦੋਂ ਕਰਨਾਟਕ ਦੇ ਵਿੱਚ ਇੱਕ ਜਿਹੜਾ ਬਹੁਤ ਵੱਡਾ ਸਮੁਦਾਇ ਹੈ, ਲਿੰਗਾਇਤ ਸਮੁਦਾਇ, ਉਹਦਾ ਨੇਤਾ ਇਸ ਤਰ੍ਹਾਂ ਸ਼ਾਮਿਲ ਹੋ ਜਾਣਾ, ਇਹ ਬਹੁਤ ਵੱਡਾ ਝਟਕਾ ਹੈ ਪਾਰਟੀ ਲਈ। ਔਰ ਕਰਨਾਟਕ ਬਹੁਤ ਵੱਡੀ ਸਟੇਟ ਹੈ, ਇਹਦੇ ਚ ਅੱਛੀਆਂ ਸੀਟਾਂ ਆਉਂਦੀਆਂ ਨੇ, ਤੇ ਮੈਨੂੰ ਲੱਗਦਾ ਕਿ ਜੇ ਇਸ ਤਰ੍ਹਾਂ ਹੀ ਝਟਕੇ ਲੱਗਦੇ ਰਹੇ ਔਰ ਪਾਰਟੀ ਹਾਰ ਗਈ ਉੱਥੇ, ਤਾਂ ਮੈਨੂੰ ਲੱਗਦਾ ਕਿ 24 ਉੱਥੋਂ ਜਿੱਤਣੀ ਫਿਰ ਇਹਨਾਂ ਨੂੰ ਬੜੀ ਮੁਸ਼ਕਿਲ ਹੋਏਗੀ। ਕਿਉਂਕਿ ਕਰਨਾਟਕ ਹੀ ਇੱਕ ਇਹੋ ਜਿਹੀ ਸਟੇਟ ਹੈ, ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਜਿਹਨਾਂ ਨੂੰ ਮੈਂ ਕਹਾਂ ਜਿੱਥੋਂ ਬੀਜੇਪੀ ਨੂੰ ਕੁਝ ਸੀਟਾਂ ਆਉਂਦੀਆਂ ਨੇ। ਅਦਰਵਾਈਜ਼ ਹੋਰ ਤੁਸੀਂ ਦੇਖੋ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲਾ, ਇਹ ਜਿੰਨੀਆਂ ਸਟੇਟਾਂ ਨੇ ਇਹਨਾਂ ਚੋਂ ਇੱਕ ਵੀ ਸੀਟ ਉਹਨਾਂ ਨੂੰ ਨਹੀਂ ਆਉਂਦੀ। ਬਹੁਤ ਸੀਮਿਤ ਹੈ ਉਹਨਾਂ ਦਾ ਦਾਇਰਾ ਉੱਤੇ। ਸਿਰਫ ਕਰਨਾਟਕ ਹੀ ਹੈ ਜਿਹੜਾ ਇੱਕ ਝੋਲੀ ਭਰਦਾ ਉਹਨਾਂ ਦੀ। ਪਰ ਜੇ ਉੱਥੇ ਵੀ ਜੇ ਹੁਣ ਇਸ ਤਰ੍ਹਾਂ ਝਟਕੇ ਲੱਗ ਰਹੇ, ਇੱਕ ਸਾਬਕਾ ਚੀਫ ਮਿਨਿਸਟਰ ਜਾ ਰਿਹਾ ਜਾਂ ਡਿਪਟੀ ਚੀਫ ਮਿਨਿਸਟਰ ਜਾ ਰਹੇ ਹੈ, ਤਾਂ ਫਿਰ ਮੈਨੂੰ ਲੱਗਦਾ ਕਿ ਬੀਜੇਪੀ ਲਈ ਇਹ ਰਾਹ 24 ਵਾਲੀ ਇੰਨੀ ਸੌਖੀ ਨਹੀਂ ਹੋਊਗੀ। ਮੈਨੂੰ ਇਹ ਵੀ ਲੱਗਦਾ ਹੈ ਕਿ ਉੱਥੇ ਗੇਮ ਵੀ ਬੀਜੇਪੀ ਬੜੀ ਸੋਚ ਕੇ ਖੇਡ ਰਹੀ ਆ। ਜਿਹੜੇ ਪੁਰਾਣੇ ਸੀਐਮ ਸੀ ਜਿਨ੍ਹਾਂ ਤੇ ਬਹੁਤ ਦੋਸ਼ ਲੱਗੇ, ਜੇਦੂ ਯੂਰੋਪਾ, ਅੱਜ ਕੱਲ ਅਮਿਤ ਸ਼ਾਹ ਦੇ ਕੰਨ ਨਾਲ ਮੂੰਹ ਲਾ ਕੇ ਹੁੰਦੇ ਨੇ। ਤੇ ਕਈ ਵਾਰੀ ਹੁੰਦਾ ਕਿ ਸਮੀਕਰਨ ਜਿਹੜੀ ਸੱਤਾ ਦੇ ਖਿਲਾਫ ਜਾ ਰਹੇ ਹੋਣ, ਕੋਈ ਐਸਾ ਟਰੰਪ ਕਾਰਡ ਲੈ ਆਓ ਜਿਹਦੇ ਨਾਲ ਬਾਕੀਆਂ ਦੀ ਲੋੜ ਮਹਿਸੂਸ ਨਾ ਹੋਵੇ, ਜਾਂ ਅਗਲਾ ਇਸੇ ਸ਼ਰਤ ਤੇ ਕਿ ਮੈਨੂੰ ਦਿਓ ਪਾਵਰ, ਮੈਂ ਤੁਹਾਨੂੰ ਜਿਤਾ ਕੇ ਦੱਸਦਾ। ਜੁਗਾੜ ਤਾਂ ਹਰ ਰਾਜਨੀਤੀ ਚ ਹੁੰਦੇ। ਭਾਸਕਰ ਸਾਹਿਬ ਕੁਝ ਕਹਿਣ ਲੱਗੇ। ਕਰਨਾਟਕਾ ਦੀ ਜਿਹੜੀ ਰਾਜਨੀਤੀ ਹੈ ਉਹ ਵੱਖਰੇ ਟਾਈਪ ਦੀ ਹੈ। ਜਦ 5 ਸਾਲ ਪਹਿਲੇ ਕਰਨਾਟਕਾ ਦੇ ਵਿੱਚ ਇਲੈਕਸ਼ਨ ਸੀਗੇ ਤਦ ਭਾਜਪਾ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਸੀਗਾ। ਭਾਜਪਾ ਦੀ ਸਰਕਾਰ ਨਹੀਂ ਬਣੀ ਸੀ, ਸਰਕਾਰ ਤੇ ਕਾਂਗਰਸ ਦੀ ਬਣੀ ਸੀ ਕਿ ਤੇ ਜਨਤਾ ਦਲ ਜਿਹੜੇ ਸੈਕੂਲਰ ਹੈ ਉਹਨਾਂ ਦੀ ਬਣੀ ਸੀਗੀ। ਦੇਵੇਗੌੜਾ ਸਾਬਕਾ ਦੇਵੇਗੌੜਾ ਉਹਨਾਂ ਦੇ ਬੇਟੇ ਕੁਮਾਰ ਸਵਾਮੀ ਉੱਥੇ ਮੁੱਖ ਮੰਤਰੀ ਹੁੰਦੇ ਸੀ। ਭਾਵੇਂ ਕੁਮਾਰ ਸਵਾਮੀ ਉਹਨਾਂ ਦੀ ਸੀਟਾਂ ਘੱਟ ਆਈ ਸੀ, ਪਰ ਕਾਂਗਰਸ ਨੇ ਵੱਡਾ ਦਿਲ ਦਿਖਾਉਂਦੇ ਹੋਏ ਕੁਮਾਰ ਸਵਾਮੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀ। ਬਾਅਦ ਚੋਂ ਤੁਹਾਨੂੰ ਪਤਾ ਹੈ ਕਰਨਾਟਕਾ ਦੇ ਵਿੱਚ ਸਾਰਾ ਲੋਟ ਦਾ ਲੋਟ ਦੂਜੇ ਪਾਸੇ ਸ਼ਿਫਟ ਹੋ ਗਿਆ। ਆਪਰੇਸ਼ਨ ਲੋਟਸ ਦਾ ਜ਼ਿਕਰ ਹੋਇਆ
ਤੇ ਫਿਰ ਭਾਜਪਾ ਨੇ ਉੱਥੇ ਸਰਕਾਰ ਬਣਾਈ, ਜਿੱਦਾਂ ਮੱਧ ਪ੍ਰਦੇਸ਼ ਦੇ ਵਿੱਚ ਹੋਇਆ। ਹੁਣ ਉਸ ਸਰਕਾਰ ਨੂੰ ਚਲਾਉਣ ਦੇ ਵਿੱਚ ਬਹੁਤ ਸਾਰੀ ਦਿੱਕਤਾਂ ਆਈ। ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਉੱਥੇ ਦੇ ਬੰਬਈ ਸਾਹਿਬ, ਉਹਨਾਂ ਦੇ ਉੱਤੇ ਪੱਤਰਕਾਰਾਂ ਨੂੰ ਪੈਸੇ ਵੰਡਣ ਦੇ ਵੀ ਆਰੋਪ ਲੱਗੇ, ਔਰ ਨਾਲ ਦੇ ਨਾਲ YS ਯਦੂਰੱਪਾ, ਬਿਲਕੁਲ ਰੰਧਾਵਾ ਜੀ ਨੇ ਹੁਣੇ ਗੱਲ ਕੀਤੀ ਹੈ, ਉਹ ਸਭ ਤੋਂ ਵੱਡੇ ਲੀਡਰ ਵਜੋਂ ਬੀਜੇਪੀ ਦੇ ਜਾਣੇ ਜਾਂਦੇ ਸੀ, ਪਰ ਉਹਨਾਂ ਨੂੰ ਮੁੱਖ ਮੰਤਰੀ ਤੋਂ ਹਟਾ ਦਿੱਤਾ ਗਿਆ ਸੀ। ਕੁਝ ਕਰਪਸ਼ਨ ਦੇ ਐਲੀਗੇਸ਼ਨਸ ਦੀ ਵੀ ਗੱਲ ਹੋਈ ਸੀ, ਪਰ ਪਿਛਲੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਤੋਂ ਲੈ ਕੇ ਅਮਿਤ ਸ਼ਾਹ ਉਹਨਾਂ ਨੇ ਯਦੂਰੱਪਾ ਉਹਨਾਂ ਦਾ ਕੱਦ ਬੜਾ ਉੱਚਾ ਕੀਤਾ ਹੋਇਆ ਹੈ। ਹਾਲਾਂਕਿ ਯਦੂਰੱਪਾ ਉਹਨਾਂ ਨੇ ਐਕਟਿਵ ਪੋਲਿਟਿਕਸ ਤੋਂ ਸੰਨਿਆਸ ਲੈ ਲਿਆ ਹੈ, ਪਰ ਉਹਨਾਂ ਦੀ ਜ਼ਰੂਰਤ ਭਾਜਪਾ ਨੂੰ ਕਰਨਾਟਕ ਦੀ ਫਤਿਹ ਵਾਸਤੇ ਬਹੁਤ ਜ਼ਰੂਰੀ ਹੈਗੀ ਹੈ। ਇਸ ਗੱਲ ਦਾ ਅਹਿਸਾਸ ਉਹਨਾਂ ਨੂੰ ਦਿੱਤੀ ਗਈ ਜਿਹੜੀ ਇੰਪੋਰਟੈਂਸ ਹੈ ਉਹ ਤੋਂ ਹੀ ਲੱਗਦਾ ਹੈ। ਕਾਰਨ ਕੀ ਹੈ? ਇਹ ਭਾਵੇਂ ਯਦੂਰੱਪਾ ਹੋਣ, ਭਾਵੇਂ ਇਹ ਸ਼ੈਟਰ ਯਾਨੀ ਜਗਦੀਸ਼ ਸ਼ੈਟਰ, ਇਹ ਵੀ ਲਿੰਗਾਇਤ ਕਮਿਊਨਿਟੀ ਤੋਂ ਬਿਲੋਂਗ ਕਰਦੇ ਨੇ, ਔਰ ਲਿੰਗਾਇਤ ਕਮਿਊਨਿਟੀ ਕਰਨਾਟਕਾ ਦੇ ਵਿੱਚ ਕਿਸੇ ਵੀ ਸਰਕਾਰ ਨੂੰ ਬਣਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਰੱਖਦੀ ਹੈ। ਔਰ ਇਸ ਕਮਿਊਨਿਟੀ ਦੇ ਹੀ ਪਿਛਲੇ ਹਫਤੇ ਜਿਹੜੇ ਡਿਪਟੀ ਚੀਫ ਮਿਨਿਸਟਰ ਹੁੰਦੇ ਸੀਗੇ ਜਿਹੜੇ ਕਰਨਾਟਕਾ ਦੇ, ਲਕਸ਼ਮਣ ਸਵਾਦੀ, ਉਹ ਵੀ ਕਾਂਗਰਸ ਜੁਆਇਨ ਕਰ ਗਏ ਸੀ ਤੇ ਉਹਨਾਂ ਨੂੰ ਉਹਨਾਂ ਦੀ ਮਨਪਸੰਦ ਸੀਟ ਦੇ ਉੱਤੋਂ ਨੋਮੀਨੇਸ਼ਨ ਕਰ ਵੀ ਦਿੱਤਾ ਗਿਆ ਕਾਂਗਰਸ ਨੇ, ਯਾਨੀ ਉਹਨਾਂ ਨੂੰ ਟਿਕਟ ਵੀ ਦਿੱਤੀ ਹੈ। ਤੇ ਐਦਾਂ ਹੀ ਜਿਹੜੇ ਹੁਣ ਜਗਦੀਸ਼ ਉਹਨਾਂ ਜਿਹੜੇ ਪੂਰਵ ਮੁੱਖ ਮੰਤਰੀ ਨੇ ਜੁਆਇਨ ਕੀਤਾ ਹੈ, ਉਹਨਾਂ ਨੂੰ ਵੀ ਹੁਬਲੀ ਧੰਨਵਾਦ ਸੈਂਟਰਲ ਕਨਸਟੀਚੁਐਂਸੀ ਤੋਂ ਸੀਟ ਦੇ ਦਿੱਤੀ ਗਈ ਹੈ। ਉੱਥੇ ਹਾਲਾਤ ਇਦਾਂ ਦੇ ਨੇ ਕਿ ਲਿੰਗਾਇਤ ਕਮਿਊਨਿਟੀ ਦਾ ਝੁਕਾਵ ਐਤਕੀ ਕਿਹੜੀ ਪੋਲੀਟੀਕਲ ਪਾਰਟੀ ਵੱਲ ਹੁੰਦਾ ਹੈ। ਯਦੂਰੱਪਾ ਉਹਨਾਂ ਦਾ ਬੜਾ ਜ਼ਬਰਦਸਤ ਹੋਲਡ ਹੈ ਇਸ ਕਮਿਊਨਿਟੀ ਦੇ ਵਿੱਚ, ਤਾਂ ਹੀ ਕਰਕੇ ਭਾਜਪਾ ਉਹਨਾਂ ਨੂੰ ਆਪਣਾ ਸਾਰਥੀ ਬਣਾ ਕੇ ਇਹ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕਰੇਗੀ। ਹੁਣ ਇਹਨਾਂ ਲੀਡਰਾਂ ਦਾ ਭਾਜਪਾ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਆਣਾ, ਕਿਉਂਕਿ ਐਤਕੀ ਹਵਾ ਕਾਂਗਰਸ ਦੇ ਫੇਵਰ ਦੇ ਵਿੱਚ ਕਰਨਾਟਕਾ ਦੇ ਵਿੱਚ ਚੱਲ ਰਹੀ ਹੈ। ਹੁਣ ਇਹ ਜਿਹੜੇ ਕੇਜਰੀਵਾਲ ਸਾਹਿਬ ਨੇ, ਕਿਉਂਕਿ ਐਦਾਂ ਦੇ ਸੂਬਿਆਂ ਦੇ ਵਿੱਚ ਹਮੇਸ਼ਾ ਜਾਂਦੇ ਨੇ ਜਿੱਥੇ ਕੋਈ ਸਕੋਪ ਨਜ਼ਰ ਆਉਂਦਾ ਹੈ, ਪਰ ਇਹ ਕਰਨਾਟਕਾ ਦੇ ਵਿੱਚ ਨਹੀਂ ਗਏ। ਆਸਾਮ ਦੇ ਵਿੱਚ ਤੇ ਗਏ, ਪਰ ਕਰਨਾਟਕਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਬਹੁਤਾ ਕੀ ਬਿਲਕੁਲ ਵੀ ਕੋਈ ਕੈਂਪੇਨ ਨਹੀਂ ਹੈਗਾ। ਐਦਾਂ ਦੇ ਹਾਲਾਤ ਤੇ ਤੁਸੀਂ ਇਹ ਦੇਖੋ 1 to 1 ਫਾਈਟ, ਕੌਣ ਕਿਹਨੂੰ ਸਪੋਰਟ ਕਰ ਰਿਹਾ ਹੈ, ਕਿ ਭਾਜਪਾ ਔਰ ਆਮ ਆਦਮੀ ਪਾਰਟੀ ਦਾ ਕੁਝ ਇੱਕ ਨੈਕਸਸ ਜਿਹਾ ਬਣਿਆ, ਜਾਂ ਫਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਨੈਕਸਸ ਬਣਿਆ ਕਿ ਆਪਣੇ ਆਪ ਨੂੰ ਆਊਟ ਕਰਕੇ 1 to 1 ਫਾਈਟ ਦੇ ਵਿੱਚ ਕਿਸੇ ਇੱਕ ਪੋਲੀਟੀਕਲ ਪਾਰਟੀ ਨੂੰ ਜਿੱਤ ਦਿਲਾਉਣ ਦੇ ਵਿੱਚ ਮਦਦ ਕੀਤੀ ਜਾ ਸਕੇ। ਦੇਖੋ ਕੇਜਰੀਵਾਲ ਸਾਹਿਬ ਸੀਗੇ ਬਿਜੀ 2-4 ਦਿਨ, ਹੁਣ ਜੇ ਵਿਹਲੇ ਹੋ ਕੇ ਕਰਨਾਟਕ ਨੂੰ ਚਲੇ ਜਾਂਦੇ ਨੇ ਔਰ ਬੀਜੇਪੀ ਤੋਂ ਨਾਰਾਜ਼ ਵੋਟ ਜੇ ਕਾਂਗਰਸ ਵੱਲ ਸ਼ਿਫਟ ਹੋਣ ਦੀ ਬਜਾਏ ਕੇਜਰੀਵਾਲ ਸਾਹਿਬ ਨੂੰ ਪੈ ਜਾਂਦੀ ਹੈ ਵੀ ਇਹ ਵੀ ਤਾਂ ਵਿਰੋਧੀ ਨੇ ਨਾ ਜੀ, ਪਰ ਘੱਟੋ ਘੱਟ ਉਸ ਤਰ੍ਹਾਂ ਦੀ ਰਾਜਨੀਤੀ ਕਰਦੇ ਆ। ਮੈਨੂੰ ਲੱਗਦਾ ਕਿ ਕਾਂਗਰਸ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਦੇ ਵਿੱਚ ਕੇਜਰੀਵਾਲ ਸਾਹਿਬ ਰੋੜਾ ਅਟਕਾਉਣ ਦੀ ਸਮਰੱਥਾ ਕਿੰਨੀ ਕੁ ਰੱਖਦੇ ਆ ਮੈਨੂੰ ਨਹੀਂ ਪਤਾ ਉਸ ਏਰੀਆ ਦੇ ਵਿੱਚ, ਕਿਉਂਕਿ ਉੱਥੋਂ ਦੀਆਂ ਖਬਰਾਂ ਸਾਡੇ ਤੱਕ ਉਨੀਆਂ ਸਿੱਧੀਆਂ ਨਹੀਂ ਪਹੁੰਚਦੀਆਂ। ਭਾਸ਼ਾ ਦੇ ਵੀ ਮਾਮਲੇ ਨੇ, ਕਈ ਅੜਚਨਾਂ ਨੇ, ਪਰ ਖੈਰ ਨਜ਼ਰ ਲਾ ਕੇ ਰੱਖਾਂਗੇ ਵੀ ਕੇਜਰੀਵਾਲ ਸਾਹਿਬ ਕਿੰਨੇ ਪ੍ਰਤੀਸ਼ਤ ਵੋਟ ਲੈਂਦੇ ਆ। ਅੱਜ ਕੱਲ ਰਾਸ਼ਟਰੀ ਪਾਰਟੀ ਦੇ ਰਾਸ਼ਟਰੀ ਆਗੂ ਨੇ, ਸੋ ਉਹ ਮਾਮਲਾ ਕਾਫੀ ਸੈਂਸਿਟਿਵ ਹੋਣ ਵਾਲਾ ਹੈ ਕਿ ਬੀਜੇਪੀ ਦੀ ਮਦਦ ਹੋਈ ਕਿ ਬੀਜੇਪੀ ਵਿਰੋਧੀਆਂ ਦੇ ਗੱਠਜੋੜ 'ਚ ਕੇਜਰੀਵਾਲ ਸਾਹਿਬ ਦੀ ਸਥਾਨ ਪੱਕੀ ਹੋਈ, ਇਹ ਦੇਖਣਾ ਹੋਊਗਾ। ਪਰ ਆਪਾਂ ਹੁਣ 2-2 ਲਾਈਨਾਂ 'ਚ 3 ਮਾਮਲੇ ਲੈਣੇ ਆ। ਇੰਦਰਪ੍ਰੀਤ ਜੀ, ਮਨੀਸ਼ਾ ਗੁਲਾਟੀ ਇੱਕ ਐਸਾ ਨਾਂ ਜਿਹੜਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਨਾਲ ਚਰਚਾ 'ਚ ਵੀ ਰਹਿੰਦਾ ਰਿਹਾ। ਖੈਰ ਹੁਣ ਉਹ ਹਾਈ ਕੋਰਟ ਦੇ ਵਿੱਚ ਗਏ ਆ ਤੇ ਕੀ ਹਾਈ ਕੋਰਟ ਨੇ ਕਿਹਾ ਵੀ ਠਹਿਰੋ, ਅਜੇ ਨਾ ਬੰਦਾ ਲਾਇਓ, ਅਜੇ ਅਸੀਂ ਦੇਖਣਾ ਵੀ ਕੀ ਮਾਮਲਾ। ਰੰਧਾਵਾ ਸਾਹਿਬ, ਅਸਲ 'ਚ ਪਿਛਲੇ ਦਿਨਾਂ 'ਚ ਮਨੀਸ਼ਾ ਗੁਲਾਟੀ ਉਹਨਾਂ ਨੂੰ ਜਦੋਂ ਹਟਾਇਆ ਸੀਗਾ, ਉਦੋਂ ਇਹ ਕੋਰਟ 'ਚ ਗਿਆ ਸੀ ਕਿ ਜੋ ਪ੍ਰੋਸੀਜਰ ਹੈ ਉਹ ਅਡਾਪਟ ਨਹੀਂ ਕੀਤਾ ਗਿਆ। ਬਾਅਦ 'ਚ ਗਵਰਨਮੈਂਟ ਨੇ ਇਹ ਫੈਸਲਾ ਵਾਪਸ ਲੈ ਲਿਆ ਔਰ ਨਵੇਂ ਸਿਰੇ ਤੋਂ ਉਹਨਾਂ ਦਾ ਜਿਹੜਾ ਸੇਵਾ ਕਾਲ ਜਿਹੜਾ ਵਾਅਦਾ ਕੀਤਾ ਸੀ 3 ਸਾਲ ਦਾ, ਉਹਨੂੰ ਰੱਦ ਕਰਤਾ ਤੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਹਟਾਤਾ। ਇਸੇ ਫੈਸਲੇ ਨੂੰ ਜਿਹੜਾ ਉਹਨਾਂ ਨੇ ਚੁਣੌਤੀ ਦਿੱਤੀ ਸੀਗੀ ਕਿ ਮੈਨੂੰ 24 ਤੱਕ ਦਾ ਸੇਵਾ ਕਾਲ 'ਚ ਵਾਧਾ ਹੋਇਆ ਵਿਆ, ਇਹ ਗਵਰਨਮੈਂਟ ਵਾਪਸ ਨਹੀਂ ਲੈ ਸਕਦੀ ਬਿਨਾਂ ਕਾਰਨ। ਤਾਂ ਉਸ ਦੇ ਉੱਤੇ ਕੱਲ ਜਿਹੜੀ ਡਬਲ ਬੈਂਚ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਜਦ ਤੱਕ ਕੋਰਟ ਦਾ ਫੈਸਲਾ ਨਹੀਂ ਹੁੰਦਾ, ਇਹ ਜਿਹੜੀ ਤੁਸੀਂ ਨਵੀਂ ਕਮਿਸ਼ਨ ਮਹਿਲਾ ਕਮਿਸ਼ਨ ਦਾ ਜਿਹੜਾ ਚੇਅਰਪਰਸਨ ਲਗਾਣਾ ਜਿਹਨੂੰ ਵੀ, ਉਹ ਪ੍ਰਕਿਰਿਆ ਰੋਕ ਕੇ ਰੱਖੋ ਜਾਂ ਕਰਦੇ ਰਹੋ, ਲੇਕਿਨ ਜੋ ਵੀ ਫੈਸਲਾ ਹੋਊਗਾ ਉਹ ਹਾਈ ਕੋਰਟ ਦੇ ਫੈਸਲੇ ਤੇ ਨਿਰਭਰ ਕਰੂਗਾ। ਜੇ ਇਹਨਾਂ ਨੂੰ ਹੀ ਉਹ ਮਿਲ ਗਈ ਤਾਂ ਫਿਰ ਇਹਨਾਂ ਦੇ ਮਨੀਸ਼ਾ ਗੁਲਾਟੀ ਦੇ ਹੱਕ 'ਚ ਜੇ ਫੈਸਲਾ ਆ ਗਿਆ ਤਾਂ ਇਹ ਬਣਨਗੇ, ਅਦਰਵਾਈਜ਼ ਗਵਰਨਮੈਂਟ ਫਿਰ ਆਪਣਾ ਨਵਾਂ ਨੁਮਾਇੰਦਾ ਜਿਹੜਾ ਹੈਗਾ ਉੱਥੇ ਲਗਾ ਸਕਦੀ ਹੈ। ਸੋ ਮੈਨੂੰ ਲੱਗਦਾ ਕਿ ਜਿਹੜੀ ਇਹ ਟੋਟਲ ਪੋਸਟ ਹੈ, ਅਦਰਵਾਈਜ਼ ਤਾਂ ਇਹ ਇੱਕ ਕਨਸਟੀਟਿਊਸ਼ਨਲ ਪੋਸਟ ਹੈ, ਕਮਿਸ਼ਨ ਹੈ, ਵੱਡਾ ਮਹਿਲਾ ਕਮਿਸ਼ਨ ਹੈ, ਪਰ ਪਿਛਲੀਆਂ ਸਰਕਾਰਾਂ 'ਚ ਜਦ ਤੱਕ ਇਹ ਪੋਸਟ ਰਹੀ ਹੈ
ਇਹ ਇੱਕ ਪੋਲੀਟੀਕਲ ਪੋਸਟ ਜੀ ਵਾਂਗੂ ਹੀ ਰਹੀ ਹੈ, ਤੇ ਨਾ ਤਾਂ ਇਹਦੇ ਚ ਏਦਾਂ ਕੋਈ ਮੰਗੇ ਜਾਂਦੇ ਨੇ ਵੀ ਹਾਂ ਇੱਕ ਸਿਲੈਕਟ ਕਮੇਟੀ ਬਣਾਈ ਹੈ ਤਾਂ ਜੀ ਉਹ ਉਹਨਾਂ ਨੇ ਮੰਗੇ ਨੇ ਨਾਮ ਤੇ ਉਸ ਚੋਂ ਇੱਕ ਫਿਰ ਚੁਣਿਆ ਗਿਆ। ਇਸ ਤਰ੍ਹਾਂ ਦਾ ਤਾਂ ਕਦੇ ਹੁੰਦਾ ਨਹੀਂ, ਟੋਟਲ ਪੋਲੀਟੀਕਲ ਹੈ। ਜਿਹਦੀ ਸਰਕਾਰ ਹੈ ਉਹ ਹੀ ਆਪਣਾ ਬੰਦਾ ਜਿਹੜਾ ਮੁੱਖ ਮੰਤਰੀ ਉਹ ਚੁਣ ਲੈਂਦਾ। ਸੋ ਮੈਨੂੰ ਲੱਗਦਾ ਕਿ ਜੇ ਹੁਣ ਸਰਕਾਰ ਨਹੀਂ ਰਹੀ ਸੀ ਤਾਂ ਮਨੀਸ਼ਾ ਗੁਲਾਟੀ ਹੋਰਾਂ ਨੂੰ ਵੀ ਪਿੱਛੇ ਹਟ ਜਾਣਾ ਚਾਹੀਦਾ ਸੀਗਾ। ਬਾਰ-ਬਾਰ ਇਸ ਤਰ੍ਹਾਂ ਇੱਕ ਪੋਸਟ, ਦੇਖੋ ਇਹ ਲੜਾਈਆਂ ਦੇ ਵਿੱਚ ਕੀ ਹੋ ਰਿਹਾ ਹੈ ਕਿ ਪੋਸਟ ਦੇ ਉੱਤੇ ਹੁਣ ਇਸ ਟਾਈਮ ਕੋਈ ਨਹੀਂ ਹੈਗਾ, ਜਿਹਦੇ ਕਰਕੇ ਜਿਹੜਾ ਸਾਰਾ ਕੰਮ ਹੈਗਾ ਉਹ ਸਟੈਂਡ ਸਟਿਲ ਕਰ ਗਿਆ। ਇਹ ਬਹੁਤ ਇੰਪੋਰਟੈਂਟ ਪੋਸਟ ਹੈ। ਤੁਸੀਂ ਆਪ ਹੀ ਕਿਹਾ ਪਿਛਲੇ 3-4 ਸਾਲ ਤੋਂ ਤਾਂ ਇਹਨਾਂ ਨੇ ਕਾਫੀ ਨਾਮ ਖੱਟਿਆ ਹੈ, ਜਿਹੜਾ ਮਹਿਲਾਵਾਂ ਦੇ ਪ੍ਰਤੀ ਜੋ ਵੀ ਮਤਲਬ ਕੋਈ ਭੇਦਭਾਵ ਹੁੰਦਾ ਜਾਂ ਨਾ ਇਨਸਾਫੀ ਹੁੰਦੀ ਹੈ ਉਸ 'ਚ ਸੁਣਵਾਈਆਂ ਤਾਂ ਹੁੰਦੀਆਂ ਨੇ, ਲੇਕਿਨ ਹੁਣ ਕੋਈ ਹੋ ਹੀ ਨਹੀਂ ਰਹੀ ਹੈ। ਪਿਛਲੇ ਕਾਫੀ ਸਮੇਂ ਤੋਂ ਇਹ ਲੜਾਈਆਂ ਦੇ ਵਿੱਚ ਹੀ ਪੋਸਟ ਖਤਮ ਹੋ ਕੇ ਰਹਿ ਗਈ ਹੈ। ਤੁਹਾਡਾ ਮਤਲਬ ਸੀਗਾ ਵੀ ਭਰਿਆ ਮੇਲਾ ਛੱਡ ਦੇਣਾ ਚਾਹੀਦਾ, ਪਰ ਪਤਾ ਨਹੀਂ ਮਨੀਸ਼ਾ ਗੁਲਾਟੀ ਛੱਡਣ ਦੇ ਰੌਂ ਚ ਨਹੀਂ, ਜ਼ਿਆਦਾ ਦਿਲ ਲਾ ਬੈਠੇ ਇਸ ਕੁਰਸੀ ਨਾਲ। ਭਾਸਕਰ ਸਾਹਿਬ ਕੁਝ ਕਹਿਣ ਲੱਗੇ, ਨਾਲ ਭਾਸਕਰ ਸਾਹਿਬ ਜਿਹੜੀ ਵਿਜੀਲੈਂਸ ਨੇ ਡਿਪਾਰਟਮੈਂਟਸ ਦੇ ਹੈਡਸ ਨੂੰ ਕਿਹਾ ਕਿ ਪ੍ਰਵਾਨਗੀਆਂ ਦੇ ਦਿਓ, ਸਾਨੂੰ ਕੰਮ-ਕੁਮ ਕਰਨ ਦਿਓ, ਕਿਉਂ ਅੜਚਣ ਬਣੇ ਹੋਏ ਹੋ? ਕਈ ਵਾਰ ਰੰਧਾਵਾ ਜੀ ਦੋ ਵੱਡੇ ਬੰਦਿਆਂ ਦੇ ਵਿੱਚ ਲੜਾਈ ਕਿਸੇ ਤੀਜੇ ਨੂੰ ਰਾਸ ਆ ਜਾਂਦੀ ਹੈ। ਐਦਾਂ ਦਾ ਹੀ ਕੇਸ ਮਨੀਸ਼ਾ ਗੁਲਾਟੀ ਉਹਨਾਂ ਨਾਲ ਹੋਇਆ ਸੀਗਾ। ਯਾਦ ਕਰੋ ਜਦ ਚੰਨੀ ਉਹਨਾਂ ਫਸ ਗਏ ਸੀਗਾ ਮੀ ਟੂ ਮਾਮਲੇ ਦੇ ਵਿੱਚ, ਤੇ ਫਿਰ ਇਸ ਦੌਰਾਨ ਐਕਸਟੈਂਸ਼ਨ ਮਿਲ ਜਾਂਦੀ ਹੈ ਮਨੀਸ਼ਾ ਗੁਲਾਟੀ ਉਹਨਾਂ ਨੂੰ। ਉਸ ਐਕਸਟੈਂਸ਼ਨ ਦਾ ਹੀ ਰੋਲ ਹੈ ਜਿਹੜਾ ਦੋ ਵੱਡਿਆਂ ਬੰਦਿਆਂ ਦੇ ਵਿੱਚ ਲੜਾਈ ਦੇ ਨਤੀਜੇ ਦੇ ਵਿੱਚ ਇੱਕ ਐਕਸਟੈਂਸ਼ਨ ਦੇ ਰੂਪ ਵਿੱਚ ਮਨੀਸ਼ਾ ਗੁਲਾਟੀ ਉਹਨਾਂ ਨੂੰ ਮਿਲ ਗਿਆ ਸੀ। ਉਸ ਐਕਸਟੈਂਸ਼ਨ ਨੂੰ ਪਿਛਲੇ ਦਿਨਾਂ ਸਰਕਾਰ ਨੇ ਰੱਦ ਕਰਤਾ। ਹੁਣ ਕੋਰਟ ਦਾ ਫੈਸਲਾ ਫਿਲਹਾਲ ਦੂਜਾ ਨਾਂ ਸਿਲੈਕਟ ਨਾ ਕਰੋ ਇਹ ਕਹਿ ਤੇ ਦਿੱਤਾ ਹੈ, ਪਰ ਇਹ ਵੀ ਨਹੀਂ ਕਿਹਾ ਕਿ ਮਨੀਸ਼ਾ ਗੁਲਾਟੀ ਉਹਨਾਂ ਨੂੰ ਦੁਬਾਰਾ ਰੀਇਨਸਟੇਟ ਕਰੋ। ਪਰ ਹਾਂ, ਤੁਸੀਂ ਗੱਲ ਕੀਤੀ ਵਿਜੀਲੈਂਸ ਡਿਪਾਰਟਮੈਂਟ, ਵਿਜੀਲੈਂਸ ਬਿਊਰੋ ਨੇ ਇੱਕ ਹੋਰ ਚਿੱਠੀ ਕਹਿੰਦੇ ਆ ਲਿਖਤੀ ਸਾਰੇ ਵਿਭਾਗਾਂ ਨੂੰ 17A ਤੇ 19 ਸੈਕਸ਼ਨ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਵਿੱਚ 100 ਦੇ ਕਰੀਬ ਇਦਾਂ ਦੀ ਪਰਮਿਸ਼ਨਾਂ ਕਈ ਮਹੀਨਿਆਂ ਤੋਂ ਪੈਂਡਿੰਗ ਹੈ। ਉਹਨਾਂ ਨੇ ਯਾਦ ਦਿਲਾਇਆ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ 4 ਮਹੀਨੇ ਦਾ ਮੈਂਡੇਟਰੀ ਪੀਰੀਅਡ ਹੁੰਦਾ, ਯਾਨੀ 3 ਮਹੀਨੇ ਔਰ ਵੱਧ ਤੋਂ ਵੱਧ 1 ਮਹੀਨੇ ਤੁਸੀਂ ਡਿਲੇ ਕਰ ਸਕਦੇ ਹੋ। ਹੁਣ ਇਹਦੀ ਸੈਂਕਸ਼ਨਾਂ ਦੇ ਦਿਓ। ਇਸ ਮੁੱਦੇ ਦੇ ਉੱਤੇ ਵੀਕੇ ਜੰਜੂਆ ਚੀਫ ਸੈਕਟਰੀ ਨੇ ਵੀ ਇਹਨਾਂ ਹੀ ਵਿਭਾਗਾਂ ਦੇ ਮੁਖੀ ਨੂੰ 1-2 ਮਹੀਨੇ ਪਹਿਲੇ ਚਿੱਠੀ ਵੀ ਲਿਖੀ ਸੀ, ਪਰ ਉਸ ਚਿੱਠੀ ਦਾ ਤੇ ਅਸਰ ਕੋਈ ਬਹੁਤਾ ਹੋਇਆ ਨਹੀਂ। ਹਾਂ, ਉਹ ਜਿਹੜਾ ਨੀਲੀਮਾ ਦਾ ਮਾਮਲਾ PSI ਦੇ ਵਿੱਚ ਸੀਗਾ, ਉਸ ਮਾਮਲੇ ਦੇ ਉੱਤੇ ਵਿਜੀਲੈਂਸ ਨੇ ਵੀ ਵੀਕੇ ਜੰਜੂਆ ਉਹਨਾਂ ਨੂੰ ਚਿੱਠੀ ਜ਼ਰੂਰ ਲਿਖੀ ਸੀ ਕਿ ਦੱਸੋ ਕੀ ਕਰਨਾ ਹੈ, ਪਰ ਉਹ ਇਸ ਤੋਂ ਪਹਿਲੇ ਵੀਕੇ ਜੰਜੂਆ ਉਹਨਾਂ ਇਸ ਬਾਰੇ ਤੋਂ ਕੁਝ ਕਹਿੰਦੇ। ਹੁਣ ਸੁਪਰੀਮ ਕੋਰਟ ਤੋਂ ਆਰਡਰ ਆ ਗਿਆ 4 ਹਫ਼ਤੇ ਦੇ ਵਾਸਤੇ ਇਨਵੈਸਟੀਗੇਸ਼ਨ ਜਾਂ ਕਿਸੇ ਵੀ ਕਾਰਵਾਈ ਦੇ ਉੱਤੇ ਰੋਕ ਲਾਤੀ। ਹੁਣ ਬੇਲਾ ਮਿਲਣੀ ਸ਼ੁਰੂ ਹੋ ਗਈ ਹੈ ਉਸ ਵਿਜੀਲੈਂਸ ਦੇ ਉਸ ਘੁਟਾਲੇ ਦੇ ਵਿੱਚ ਜਿਹੜਾ ਗੁਲਮੋਹਰ ਟਾਊਨਸ਼ਿਪ ਦੀ ਸੀਗਾ। ਪਰ ਹਾਂ, ਇਹ ਵਿਜੀਲੈਂਸ ਦਾ ਜਿਹੜੀ ਚਿੱਠੀ ਹੈ ਉਸ ਚਿੱਠੀ ਨੂੰ ਕਿੰਨੀ ਕੁ ਤਵੱਜੋ ਮਿਲਦੀ ਹੈ, ਜਾਂ ਇਹ ਕਿ ਸਿਰਫ ਫਾਰਮੈਲਿਟੀ ਹੈਗੀ ਹੈ ਕਿ ਲਿਖਤੀ ਚਿੱਠੀ ਦੇ ਦਿਓ ਪਰਮਿਸ਼ਨ, ਪਰ ਦੇਣਗੇ ਕਿ ਨਹੀਂ ਦੇਣਗੇ? ਜਿਨ੍ਹਾਂ ਨੇ ਪਹਿਲੇ ਨਹੀਂ ਦਿੱਤੀ ਹੁਣ ਕਿਉਂ ਦੇਣਗੇ, ਇਹ ਵੀ ਦੇਖਣ ਵਾਲੀ ਗੱਲ ਹੈਗੀ ਹੈ। ਵਿਜੀਲੈਂਸ ਦਾ ਘੁਟਾਲਾ ਨਹੀਂ ਜੀ, PSIEC ਦਾ ਸੀਗਾ। ਵਿਜੀਲੈਂਸ ਤੇ ਵਿਚਾਰੀ ਫੜਦੀ ਆ, ਉਹਨਾਂ ਦਾ ਆਪਣਾ ਘੁਟਾਲਾ ਵੀ ਹੈਗੇ ਉਹਨਾਂ ਦੇ ਕੋਈ ਮੇਰੇ ਖਿਆਲ AIG ਅੰਦਰ। ਚਲੋ ਛੱਡਦੇ ਆ, ਭਰਤਿੰਦਰ ਚਹਿਲ ਵੀ ਵਕਤ ਨੂੰ ਫੜਿਆ ਹੋਇਆ। ਇੰਦਰਪ੍ਰੀਤ ਜੀ 1 ਮਿੰਟ 'ਚ ਗੱਲ ਮੁਕਾਇਓ। ਕੇਂਦਰ ਕਹਿੰਦਾ ਸੀ ਜਿੰਨੀ ਫਸਲ ਖਰੀਦਦੇ ਸਾਡੀ ਇਮਾਨਤ ਸਾਨੂੰ ਤੋਰੋ, ਹੁਣ ਪਤਾ ਲੱਗਿਆ ਕਿ ਨਹੀਂ, ਕਹਿੰਦੇ ਕੋਈ ਨਹੀਂ, ਇੱਥੇ ਖੁੱਲੇ ਦੇ ਵਿੱਚ ਭੰਡਾਰਨ ਦੀ ਸਮਰੱਥਾ, ਇਹਨੂੰ ਵਰਤ ਲਓ। ਰੰਧਾਵਾ ਸਾਹਿਬ, ਅਸਲ 'ਚ ਨਾ ਮੈਨੂੰ ਲੱਗਦਾ ਕਿ ਕਈ ਵਾਰੀ ਨਾ ਫੈਸਲੇ ਬਿਲਕੁਲ ਵਾਕਈ AC ਕਮਰਿਆਂ 'ਚ ਬੰਦ ਕਮਰਿਆਂ 'ਚ ਬੈਠ ਕੇ ਲੈ ਜਾਂਦੇ ਨੇ। ਫੀਲਡ ਦਾ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੁੰਦੀ, ਜਿਸ ਤਰ੍ਹਾਂ ਇਸ ਵਾਲੇ ਫੈਸਲੇ ਵਿੱਚ ਵੀ ਹੋਇਆ ਨਜ਼ਰ ਆ ਰਿਹਾ ਹੈ ਕਿ ਤੁਸੀਂ ਉਹਨਾਂ ਨੇ ਕਹਿਤਾ ਵੀ ਸਿੱਧਾ ਹੀ ਜਦੋਂ ਉਹ ਚੱਕੋ ਤੇ ਨਾਲ ਦੀ ਨਾਲ ਭੇਜ ਦਿਓ। ਰੰਧਾਵਾ ਸਾਹਿਬ, ਤੁਹਾਨੂੰ ਮੈਂ ਦੱਸਦਾ ਕਿ ਜੇ ਪੰਜਾਬ ਦੇ ਵਿੱਚ, ਇਕੱਲੇ ਪੰਜਾਬ ਦੇ ਵਿੱਚ ਨਹੀਂ, ਜੇ ਬਾਕੀ ਸਟੇਟਾਂ ਦੀਆਂ ਵੀ ਸਾਰੀਆਂ ਟ੍ਰੇਨਾਂ ਰੋਕ ਦਈਏ ਨਾ ਆਪਾਂ, ਤਾਂ ਵੀ ਆਪਾਂ ਇੰਨਾ ਮਾਲ ਉੱਥੇ ਨਹੀਂ ਪਹੁੰਚਾ ਸਕਦੇ। ਜੇ ਮੈਂ ਇਹ ਗੱਲ ਕਰ ਰਿਹਾ ਵੀ ਸਾਰੀਆਂ ਟ੍ਰੇਨਾਂ ਰੋਕ ਦਈਏ, ਸਿਰਫ ਔਰ ਸਿਰਫ ਗੁੱਡਸ ਟ੍ਰੇਨ ਚੱਲਣ ਔਰ ਰਨ ਥਰੂ ਚੱਲਣ ਤਮਿਲਨਾਡੂ ਜਾਂ ਆਂਧਰਾ ਪ੍ਰਦੇਸ਼, ਜਿੱਥੇ ਵੀ ਇਹ ਭੇਜਣੀ ਹੈ, ਤਾਂ ਵੀ ਅਸੀਂ ਇੰਨਾ ਨਹੀਂ ਭੇਜ ਸਕਦੇ, ਕਿਉਂਕਿ ਸਾਡੀ ਸਮਰੱਥਾ ਜਿਹੜੀ ਹੈਗੀ ਹੈ ਉਹ ਸਿਰਫ 1 ਲੱਖ ਟਨ ਹੀ ਭੇਜਣ ਦੀ ਹੈ। ਔਰ ਇਸ ਟਾਈਮ ਜਾ ਰਹੀਆਂ ਨੇ 25 ਟ੍ਰੇਨਾਂ ਡੇਲੀ ਦੀਆਂ ਪੰਜਾਬ ਚੋਂ ਜਾ ਰਹੀਆਂ ਨੇ, ਤਾਂ ਵੀ ਸਿਰਫ ਉਹ 1 ਲੱਖ ਟਨ ਹੀ ਚੱਕ ਪਾ ਰਹੇ ਹੈ, ਤੇ ਰੋਜ਼ ਦਾ ਮਾਲ ਆ ਰਿਹਾ 10 ਤੋਂ 12 ਲੱਖ ਟਨ। ਕਿਉਂਕਿ ਹੁਣ ਲਗਾਤਾਰ ਅੱਜ ਤੋਂ ਵੀ ਮੌਸਮ ਵਿਭਾਗ ਨੇ ਕਹਿਤਾ ਕਿ 3 ਦਿਨ ਮੀਂਹ ਹੈ, ਕਿਸਾਨਾਂ ਦੇ ਤਾਂ ਸਾਹ ਸੁੱਕੇ ਪਏ ਨੇ ਪਹਿਲਾਂ ਹੀ। ਤੇ ਉਹ ਮੇਰਾ ਖਿਆਲ ਹੈ ਕਿ ਜਿੰਨੀ ਤੇਜ਼ੀ ਨਾਲ 2-3 ਦਿਨ ਚ ਉਹਨਾਂ ਨੇ ਕਟਾਈ ਕੀਤੀ ਹੈ, ਹੋ ਸਕਦਾ ਵੀ ਕੱਲ ਪਰਸੋਂ ਤੱਕ ਤਾਂ ਇਹ 15-15 ਲੱਖ ਟਨ ਆ ਜਾਏ। ਜੇ ਮੀਂਹ ਨਾ ਪਿਆ ਤਾਂ ਤੁਸੀਂ ਦੇਖੋ ਇਸ ਹਾਲਾਤ ਦੇ ਵਿੱਚ ਫੈਸਲਾ ਇਹ ਲੈਣਾ ਕਿ ਤੁਸੀਂ ਸਿੱਧੀ ਉੱਥੇ ਭੇਜ ਦਿਓ, ਇਹ ਬਿਲਕੁਲ ਸੰਭਵ ਨਹੀਂ। ਔਰ ਦੂਜਾ ਇਹਦੇ ਵਿੱਚ ਇਹ ਸੀਗਾ, ਜਿਹੜੀ ਪੰਜਾਬ ਗਵਰਨਮੈਂਟ ਨੇ ਕਿਹਾ ਉਹਨਾਂ ਨੂੰ ਵੀ ਇਹਦਾ ਫਾਇਦਾ ਵੀ ਕੁਝ ਨਹੀਂ ਹੋਣਾ,
ਅਸੀਂ ਆਲਰੇਡੀ ਜਿਹੜੀ ਓਪਨ ਪਲਿੰਥਾਂ ਲਿੱਤੀਆਂ ਹੋਈਆਂ ਨੇ ਕਿਰਾਏ ਦੇ ਉੱਤੇ ਲੰਬੇ ਸਮੇਂ ਲਈ, ਤੇ ਅਸੀਂ ਤਾਂ ਉਹਦਾ ਕਿਰਾਇਆ ਤੁਹਾਨੂੰ ਤਾਂ ਦੇਣਾ ਹੀ ਪੈਣਾ, ਚਾਹੇ ਤੁਸੀਂ ਉਸ ਖਾਲੀ ਰੱਖੋ ਚਾਹੇ ਨਾ ਰੱਖੋ। ਮੈਂ ਜਿਹੜੀ ਤੁਹਾਨੂੰ ਪਹਿਲੇ ਪ੍ਰੋਗਰਾਮਾਂ 'ਚ ਇੱਕ ਗੱਲ ਕੀਤੀ ਸੀ ਕਿ ਅਸਲ 'ਚ ਕ੍ਰਾਈਸਿਸ ਕੀ ਹੈ, ਕ੍ਰਾਈਸਿਸ ਹੈਗਾ ਕਣਕ ਦਾ। ਕਣਕ ਇਸ ਟਾਈਮ ਪੂਰੇ ਕੰਟਰੀ ਦੇ ਵਿੱਚ ਹੈ ਨਹੀਂ ਹੈ। ਆ ਜਿਹੜਾ ਸੀਜ਼ਨ ਹੋਊਗਾ ਇੰਨੀ ਜਿੰਨੀ ਕਣਕ ਸਾਡੇ ਕੋਲ ਆ ਗਈ ਸੋ ਆ ਗਈ, ਇਸ ਤੋਂ ਇਲਾਵਾ ਸਾਡੇ ਕੋਲ ਹੈ ਨਹੀਂ। ਪੰਜਾਬ ਦੇ ਗੋਦਾਮ ਬਿਲਕੁਲ ਖਾਲੀ ਪਏ ਨੇ, ਬਹੁਤੇ ਜ਼ਿਲ੍ਹਿਆਂ ਦੇ ਤਾਂ ਇੱਕ ਦਾਣਾ ਵੀ ਨਹੀਂ ਰਿਹਾ ਬਹੁਤੇ ਜ਼ਿਲ੍ਹਿਆਂ 'ਚ। ਤਾਂ ਉਸ ਹਾਲਾਤ ਦੇ ਵਿੱਚ ਮਤਲਬ ਇਹ ਜਿਹੜਾ ਕੱਲ ਇਹਨਾਂ ਨੇ ਰਿਵਾਈਜ਼ਡ ਫੈਸਲਾ ਕੀਤਾ ਹੈ, ਉਹਨੇ ਕਿਹਾ ਕਿ ਠੀਕ ਹੈ ਫਿਲਹਾਲ ਤੁਸੀਂ ਮੰਡੀਆਂ ਤੋਂ ਗੋਦਾਮਾਂ ਦੇ ਵਿੱਚ ਲੈ ਜਾਓ ਜਾਂ ਓਪਨ ਪਲਿੰਥਾਂ ਤੇ ਰੱਖ ਲਓ, ਪਰ ਇਹਨੂੰ ਬਹੁਤ ਤੇਜ਼ੀ ਨਾਲ ਅਸੀਂ ਮੂਵ ਕਰਾਵਾਂਗੇ। ਸੋ ਮੈਂ ਤੁਹਾਨੂੰ ਕਿਹਾ ਸੀਗਾ ਕਿ 24 ਸਾਹਮਣੇ ਹੈ ਤੇ ਬੀਜੇਪੀ ਵੀ 24 ਨੂੰ ਦੇਖ ਕੇ ਬਹੁਤ ਸਾਰੇ ਫੈਸਲੇ ਲਏਗੀ। ਉਹ ਫੈਸਲਾ ਇਹ ਇੱਕ ਹੈ ਉਹਨਾਂ ਚੋਂ, ਉਹਨਾਂ ਨੇ 80 ਕਰੋੜ ਜਨਤਾ ਨੂੰ ਸਸਤਾ ਅਨਾਜ ਮੁਹੱਈਆ ਕਰਾਣਾ ਹੈ, ਤੇ ਉਹ ਸਿਰਫ ਔਰ ਸਿਰਫ ਪੰਜਾਬ, ਹਰਿਆਣਾ ਜਾਂ ਵੈਸਟਰਨ ਯੂਪੀ ਥੋੜਾ ਬਹੁਤ ਇਹੀ ਕਰਾ ਸਕਦੀਆਂ ਨੇ ਸਟੇਟਾਂ। ਤੇ ਪੰਜਾਬ ਦੇ ਕਿਸਾਨਾਂ ਕੋਲ ਬਹੁਤ ਵੱਡਾ ਮੌਕਾ ਹੈ, ਹਰਿਆਣਾ ਦੇ ਕਿਸਾਨਾਂ ਕੋਲ ਵੀ ਬਹੁਤ ਵੱਡਾ ਮੌਕਾ ਹੈ। ਅਗਲੇ ਸਾਲ ਘੱਟੋ ਘੱਟ 50% ਜਿਹੜਾ ਉਹ ਰਕਬਾ ਘਟਾ ਦੇਣ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਫਸਲ ਤਾਂ 4-4 ਹਜ਼ਾਰ ਰੁਪਏ 'ਚ ਵਿਕ ਜੇਗੀ, ਪਰ ਗਵਰਨਮੈਂਟ ਨੂੰ ਬਹੁਤ ਔਖਾ ਹੋਏਗਾ। ਇਹ ਇੱਕ ਆਪਣਾ ਇੱਕ ਬਣਾ ਸਕਦੇ ਨੇ ਕਿ ਹਾਂ ਯਾਰ ਸਾਡੀ ਜ਼ਰੂਰਤ ਹੈ ਕੰਟਰੀ ਜੀ, ਸਾਡੀ ਜ਼ਰੂਰਤ ਹੈ। ਅਗਲੇ ਸਾਲ ਇਹਨਾਂ ਦਿਨਾਂ 'ਚ ਜਦੋਂ ਕਣਕ ਆ ਰਹੀ ਹੋਊਗੀ, ਉਦੋਂ ਇਲੈਕਸ਼ਨ ਵੀ ਹੋ ਰਹੀ ਹੋਊਗੀ, ਮਈ ਦੇ ਵਿੱਚ ਨਵੀਂ ਸਰਕਾਰ ਨੇ ਬਣਨਾ ਹੈ, ਤੇ ਇਹ ਮਾਮਲਾ ਉਦੋਂ ਨਜਿੱਠਿਆ ਜਾ ਰਿਹਾ ਹੋਊਗਾ ਦੋਵੇਂ ਪਾਸਿਓਂ। ਖੈਰ ਇਹਨਾਂ ਨੂੰ ਲੱਗਿਆ ਸੀ ਇਸ ਵਾਰੀ ਕੇਂਦਰ ਵਾਲਿਆਂ ਨੂੰ ਕਿ ਪੰਜਾਬ ਦੇ ਵਿੱਚ ਬਹੁਤੀ ਫਸਲ ਮਾਰੀ ਗਈ ਹੈ, ਨਾਲੋਂ ਨਾਲ ਚੱਕ ਲਓ ਤੇ ਇਹ ਬਹੁਤ ਘੱਟ ਆਉਣ ਵਾਲੀ ਹੈ। ਪਰ ਮੈਨੂੰ ਲੱਗਦਾ ਕਿ ਉਹ ਜਿੰਨਾ ਕੋਟਾ ਮਿੱਥਿਆ ਹੁੰਦਾ ਉਹ ਪੂਰਾ ਹੋ ਜਾਣਾ, ਸਗੋਂ ਵੱਧ ਜਾਣੀ ਹੈ। ਤੇ ਜੇ ਆ ਬਰਸਾਤ ਥੋੜੀ ਜਿਹੀ 2 ਦਿਨ ਰੁਕ ਗਈ ਤੇ ਲੋਕਾਂ ਨੇ ਹੱਥੋਂ ਹੱਥ ਜਿਹੜਾ ਨਾ ਜੀ, ਤੁਸੀਂ 15 ਲੱਖ ਟਨ ਕਹਿੰਦੇ ਹੋ, ਮੈਨੂੰ ਲੱਗਦਾ ਇਹ 16-17 ਤੱਕ ਚਲੇ ਜਾਣਾ, ਕਿਉਂਕਿ ਕੋਈ ਕੰਬਾਈਨ ਨਹੀਂ ਮਿਲ ਰਹੀ ਕਿਸੇ ਨੂੰ, ਬੰਦੇ ਜਿਹੜੀ ਬਹੁਤੀ ਵਿਸ਼ੀ ਸੀ ਉਹਨਾਂ ਨੂੰ ਹੱਥਾਂ ਨਾਲ ਵੱਢਣਾ। ਇਹ ਸਾਰੀਆਂ ਚੀਜ਼ਾਂ ਅੱਗੇ ਵੱਧ ਰਹੀਆਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।